यह बाणी महापुरख की निज कर वासा होए। सारंग मोहल्ला पंजवा। चितवो वाओ शरम न माहे। होए एकत्र मिलो संत साजन। गुण गोविंद नित गाहे। बिन हर भजन जेते काम करिया। तेते बिरथे जाहे। पूरन परमानंद मन मीठो। तिस बिन दूसर नाहे। जप तप संयम कर्म सुख साधन। तुल न कछु लाहे। चरण कमल नानक मन भेदे। चरण संग समाहे। जप तप संयम कर्म सुख साधन। तुल न कछु लाहे। चरण कमल नानक मन भेदे। चरण संग समाहे। वाहिगुरु जी का खालसा वाहिगुरु जी की फतेह। ये पावन शब्द जो 1222 अंग ते दर्ज है। इस शब्द की विचार सिंह साहिब ज्ञानी मान सिंह जी ग्रंथी साहिब श्री हरमंदर साहब श्री दरबार साहब आप जी को सरवण करवाउणगे। सिंह साहब जी का धन्यवाद जिन्हों ने उचेचा समा कढ़ के गुरु दरबार दियां हाजरियां भरियां ने। 2 दिन का सिंह साहब जी का समा है साढ़े पास। अज उन्हां दी विदायगी भी है। सच्चे पातशाह की बहुत कृपा है। सिख कौम के प्रवानित विद्वानां विचों सच्चे पातशाह ने ये बख्शिश आप जी की झोली विच पाई है। जगत गुरु गुरु नानक साहब महाराज जी के 550 साला प्रकाश गुरपुरब नूं समर्पित नगर कीर्तन 13 अक्तूबर को सवेरे 9 बजे इस स्थान तो आरंभ हो के श्री ननकाना साहब पाकिस्तान जाना है। जिन्हां ने इस नगर कीर्तन के राही सतगुरां दे जन्म अस्थान की यात्रा करनी होवे उन्हां वास्ते वीजा लाजमी है। सो विजय की प्रक्रिया वास्ते अपना पासपोर्ट 30 तरीक तक जमा करा दिओ। पासपोर्ट दिल्ली और दिल्ली तो बाहर रहने वाले
ਸਾਰੇ ਹੀ ਸਿੱਖ ਜਮ੍ਹਾਂ ਕਰਵਾ ਸਕਦੇ ਹਨ। ਨਗਰ ਕੀਰਤਨ ਦੇ ਰਾਹੀਂ ਦਿੱਲੀ ਕਮੇਟੀ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਜਿਸ ਤਰ੍ਹਾਂ ਦੀ ਪਾਲਕੀ ਆਪ ਜੀ ਬੰਗਲਾ ਸਾਹਿਬ ਦਰਸ਼ਨ ਕਰਦੇ ਹੋ, ਬਿਲਕੁਲ ਇਹੋ ਸਾਈਜ਼ ਔਰ ਇਸੇ ਤਰ੍ਹਾਂ ਦੀ ਉਹਦੀ ਬਣਾਵਟ ਹੋਏਗੀ। ਇਹ ਭੇਟਾ ਕੀਤੀ ਜਾਣੀ ਹੈ। ਜਿੱਥੇ ਦੋ ਸਰਕਾਰਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਕਰੋੜਾਂ ਰੁਪਈਆ ਖਰਚ ਕਰ ਰਹੀਆਂ ਨੇ, ਉੱਥੇ ਸਿੱਖਾਂ ਦੇ ਮਨ ਦਾ ਚਾਅ ਵੀ ਜਿਹੜਾ ਹੈ ਉਹ ਘੱਟ ਨਹੀਂ ਹੈ। ਜਿੰਨੀ ਕਿਸੇ ਦੀ ਸ਼ਕਤੀ ਸਮਰੱਥਾ ਹੈ, ਸਭ ਗੁਰੂ ਨਾਨਕ ਪਿਤਾ ਜੀ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਯਤਨਸ਼ੀਲ ਹਨ। ਸੋ ਇਹ ਪਾਲਕੀ ਦੀ ਸੇਵਾ ਵੀ ਇੱਕ ਨਿੱਜੀ ਪਰਿਵਾਰ ਵੱਲੋਂ ਲਈ ਗਈ ਹੈ। ਇਸੇ ਤਰ੍ਹਾਂ ਇੱਕ ਸੋਨੇ ਦਾ ਚਵਰ ਸ਼੍ਰੀ ਨਨਕਾਣਾ ਸਾਹਿਬ ਭੇਟਾ ਕੀਤਾ ਜਾਣਾ ਹੈ। ਸੁਨਹਿਰੀ ਸਰੂਪ ਹਰਿਮੰਦਰ ਸਾਹਿਬ ਦੇ ਵਿੱਚ ਮੌਜੂਦ ਹੈ ਔਰ ਸੋਨੇ ਦੀ ਜਿਲਦ ਵਾਲਾ ਪਾਵਨ ਸਰੂਪ ਜਿਸ ਦੀ ਤਾਬਿਆ ਇਹ ਨਗਰ ਕੀਰਤਨ ਸਜੇਗਾ। ਫਿਰ ਇਹ ਪਾਵਨ ਸਰੂਪ ਸਤਿਗੁਰਾਂ ਦੇ ਪਾਵਨ ਜਨਮ ਅਸਥਾਨ ਤੇ ਹੀ ਸੁਭਾਈਮਾਨ ਰਹਿਣਾ ਹੈ। ਸੋ ਇਹ ਸਾਰੇ ਸੋਨੇ ਦੇ ਕਾਰਜਾਂ ਦੀ ਸੇਵਾ ਆਰੰਭ ਹੋ ਚੁੱਕੀ ਹੈ। ਚਵਰ ਦੀ ਸੇਵਾ ਵੀ ਕਿਸੇ ਪਰਿਵਾਰ ਨੇ ਨਿੱਜੀ ਤੌਰ ਤੇ ਲਈ ਹੈ, ਪਰ ਫਿਰ ਵੀ ਕਮੇਟੀ ਨੇ ਯਤਨ ਕੀਤਾ ਹੈ ਕਿ ਇਹਨਾਂ ਸੇਵਾਵਾਂ ਵਿੱਚ ਸੰਗਤ ਦਾ ਤਿਲ ਫੁੱਲ ਜ਼ਰੂਰ ਹੋਣਾ ਚਾਹੀਦਾ ਹੈ। ਆਪ ਜੀ ਸੋਨਾ ਜਾਂ ਸੋਨੇ ਵਾਸਤੇ ਮਾਇਆ 3 ਗੁਰਦੁਆਰਾ ਸਾਹਿਬਾਨਾਂ ਵਿੱਚ ਗੋਲਕਾਂ ਪਈਆਂ ਹਨ, ਆਪ ਜੀ ਦੇ ਸਕਦੇ ਹੋ। 550 ਬੱਚੇ ਅਡਾਪਟ ਕਰਨ ਲਈ ਆਪ ਜੀ ਜੋੜਾ ਘਰ ਦੇ ਬਾਹਰ ਕਾਊਂਟਰ ਬਣਿਆ, ਸੇਵਾ ਵੀ ਦੇ ਸਕਦੇ ਹੋ, ਬੱਚੇ ਵੀ ਦੇ ਸਕਦੇ ਹੋ। ਜੇ ਤੁਹਾਡੀ ਨਜ਼ਰ ਵਿੱਚ ਕੋਈ ਹੈ ਗਰੀਬ ਅੰਮ੍ਰਿਤਧਾਰੀ ਪਰਿਵਾਰ, ਅੰਮ੍ਰਿਤਧਾਰੀ ਬੱਚਾ ਪੜ੍ਹਨ ਵਾਲਾ, ਸਾਨੂੰ ਦਿਓ। 12ਵੀਂ ਤੱਕ ਬਿਲਕੁਲ ਉਸ ਨੂੰ ਫ੍ਰੀ ਪੜ੍ਹਾਇਆ ਜਾਏਗਾ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਿੰਘ ਸਾਹਿਬ ਜੀ ਪਾਸੋਂ ਸਰਵਣ ਕਰੀਏ। ਸਿੰਘ ਸਾਹਿਬ ਜੀ ਦਾ ਫਿਰ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दास कहे जन नानक जेहा तू कराए तेहा हूँ करी वख्यान। जागत जोत चवर छत्र तखत दे मालक दसां पातशाहियां दी जोत साहिब सतगुरु श्री गुरु ग्रंथ साहिब पातशाह जी दे पावन पवित्र हजूर गुरु नानक जोत दे 8वें वारस बाला प्रीतम अष्टम बलबीरा साहिब सतगुरु श्री गुरु हरकृष्ण महाराज जी दे पावन स्थान गुरुद्वारा बंगला साहिब विखे दूरों नेड़ों चल के आई गुरु प्यारी गुरु सवारी साध संगत जीओ, जिथे आप जी ने सतगुरु जी दी पवित्र गुरबाणी दे रस भिन्ने आसा जी दी वार दे कीर्तन सरवण कीते हन। आओ कुछ समा चल रही लड़ीवार गुरबाणी कथा दे नाल मन बिरतियां नूं इकागर करके जुड़न दा यतन करिए। हुणे ही आप जी ने जो पावन गुर शब्द सत्कारयोग सिंह साहब भाई रणजीत सिंह जी मुख ग्रंथी साहब गुरुद्वारा श्री बंगला साहब उन्हां तो सरवण कीता।
ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰ ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਸਾਰੰਗ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1222 ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ, ਸ਼ਬਦ ਦੀਆਂ ਜੋ ਆਰੰਭਕ ਪਾਵਨ ਤੁਕਾਂ ਹਨ ਉਹੀ ਰਹਾਉ ਵਾਲੀਆਂ ਨੇ, ਕਿਉਂਕਿ ਰਹਾਉ ਅਸਲ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਜਿਸ ਦਾ ਅਰਥ ਹੈ ਠਹਿਰਾਓ, ਰੁਕੋ ਭਾਵ। ਗਰੀਬ ਨਵਾਜ ਜੀ ਸਮੁੱਚੇ ਸ਼ਬਦ ਦਾ ਭਾਵ ਇਹਨਾਂ ਪਾਵਨ ਤੁਕਾਂ ਰਾਹੀਂ ਸਾਨੂੰ ਸਮਝਾ ਰਹੇ ਹਨ। ਵੈਸੇ ਵੀ ਗੁਰੂ ਕੀ ਬਾਣੀ ਵਿੱਚ ਜਿੱਥੇ ਹੋਰ ਅਨੇਕਾਂ ਪ੍ਰਸ਼ਨ ਕੀਤੇ ਗਏ ਨੇ, ਉਹਨਾਂ ਦੇ ਉੱਤਰ ਵੀ ਸਤਿਗੁਰਾਂ ਨੇ ਆਪ ਅੰਕਿਤ ਕੀਤੇ ਹਨ। ਉੱਥੇ ਇਹ ਵੀ ਇੱਕ ਪ੍ਰਸ਼ਨ ਹੈ, ਸੁਹਾਵੀ ਕੌਣ ਸੋ ਵੇਲਾ। ਜ਼ਿੰਦਗੀ ਦੇ ਵਿੱਚ ਉਹ ਕਿਹੜਾ ਸਮਾਂ ਹੈ ਜਿਹੜਾ ਸੁਹਾਵਣਾ ਹੈ। ਆਪ ਹੀ ਸਤਿਗੁਰੂ ਜੀ ਉੱਤਰ ਦਿੰਦੇ ਨੇ, ਜਿਤ ਪ੍ਰਭ ਮੇਲਾ। ਜਦੋਂ ਸਾਡਾ ਪ੍ਰਭੂ ਨਾਲ ਮਿਲਾਪ ਹੋਵੇ, ਜਦੋਂ ਅਸੀਂ ਪ੍ਰਭੂ ਦੇ ਨਾਲ ਜੁੜੀਏ, ਸਤਿਗੁਰਾਂ ਨੇ ਅੱਜ ਜੋ ਕਿਰਪਾ ਕੀਤੀ ਹੈ, ਚਿਤਵੋਂ ਵਾ ਅਵਸਰ ਮਨ ਮਾਹੇ ਹੋਏ ਇਕੱਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਹਾਓ। ਹੇ ਭਾਈ, ਮੈਂ ਉਸ ਵੇਲੇ ਨੂੰ ਚਿਤਾਰਦਾ ਰਹਿੰਦਾ ਹਾਂ, ਉਡੀਕਦਾ ਰਹਿੰਦਾ ਹਾਂ ਕਿ ਉਹ ਵੇਲਾ ਕਦੋਂ ਆਵੇ ਜਦੋਂ ਮੈਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਜਾਵਾਂ। ਉਹ ਪ੍ਰਭੂ ਪਿਆਰੇ, ਉਹ ਸੰਤ ਜਨ, ਉਹ ਸੱਜਣ ਜਿਹੜੇ ਇਕੱਤਰ ਹੋ ਕੇ ਸਦਾ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਹੁਣ ਦੋ ਨੁਕਤੇ ਸਤਿਗੁਰਾਂ ਨੇ ਸਮਝਾਏ ਨੇ, ਇੱਕ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਤੇ ਦੂਸਰਾ ਦੱਸ ਦਿੱਤਾ ਕਿ ਪ੍ਰਭੂ ਪਿਆਰੇ ਸੰਤ ਜਨ ਹੈ ਕੌਣ। ਉਹ ਜਿਹੜੇ ਮਾਲਕ ਦੇ ਗੁਣ ਗਾਉਂਦੇ ਨੇ, ਮਾਲਕ ਦੀ ਬੰਦਗੀ ਕਰਦੇ ਨੇ, ਜਿਹੜੇ ਵਹਿਮਾਂ ਭਰਮਾਂ ਵਿੱਚ ਪਏ ਹੋਣ, ਕਰਮ ਕਾਂਡ ਕਰਦੇ ਹੋਣ, ਇੱਕ ਪਰਮੇਸ਼ਰ ਦੇ ਗੁਣ ਗਾਉਣ ਦੀ ਬਜਾਏ ਕਈ ਤਰ੍ਹਾਂ ਦੇ ਹੱਠ ਕਰਮ ਕਰਨ, ਘਰ ਤਿਆਗ ਦੇਣ, ਜੰਗਲਾਂ ਵਿੱਚ ਚਲੇ ਜਾਣ, ਪੁੱਠੇ ਲਟਕਣ, ਧੂਣੀਆਂ ਧਾਉਣ। ਗਰੀਬ ਨਵਾਜ ਨੇ ਨਿਰਣਾ ਦਿੱਤਾ ਹੈ ਕਿ ਉਹ ਪ੍ਰਭੂ ਦੇ ਸੰਤ ਜਨ ਨਹੀਂ, ਸਗੋਂ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੀ ਠੱਗ, ਦੂਜੈ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੈ ਵਿਕਾਰ। ਜਿਹੜੇ ਇੱਕ ਰੱਬ ਤੋਂ ਟੁੱਟ ਕੇ ਦੂਜੇ ਪਿਆਰ ਵਿੱਚ ਜੁੜੇ ਨੇ, ਕਿਸੇ ਹੋਰ ਦੀ ਪੂਜਾ ਵਿੱਚ, ਮੋਹ ਮਾਇਆ ਦੀ ਚਿਤਵਨੀ ਜਿਨ੍ਹਾਂ ਅੰਦਰ ਚੱਲ ਰਹੀ ਹੈ, ਧਨ ਪਦਾਰਥਾਂ ਦਾ ਚਿੰਤਨ ਜਿਨ੍ਹਾਂ ਦੇ ਅੰਦਰ ਹੈ, ਸਭ ਕਹਿੰਦੇ ਉਹਨਾਂ ਨੂੰ ਅਸੀਂ ਪ੍ਰਭੂ ਪਿਆਰੇ ਸੰਤ ਜਨ ਜਾਂ ਸੱਜਣ ਨਹੀਂ ਕਹਿ ਸਕਦੇ, ਕਿਉਂਕਿ ਅਸਲ ਵਿੱਚ ਸੱਜਣ ਉਹ ਨੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ। ਹਉ ਢੁਢੇਂਦੀ ਜਗ ਸੁਭਾਇਆ ਜਾਂ ਨਾਨਕ ਵਿਰਲੇ ਕਈ। ਅਰਦਾਸ ਵੀ ਅਸੀਂ ਕਰਦੇ ਹਾਂ, ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਜਿੱਥੇ ਉਸ ਵੇਲੇ ਨੂੰ ਸੁਹਾਵਣਾ ਕਿਹਾ, ਜਿਸ ਵੇਲੇ ਅਸੀਂ ਪ੍ਰਭੂ ਨਾਲ ਜੁੜਦੇ ਹਾਂ, ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ। ਉਸ ਤੋਂ ਅਗਲਾ ਨੁਕਤਾ ਸਤਿਗੁਰਾਂ ਦੱਸਿਆ, ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੈ ਦੁਆਰੈ ਆਇਆ। ਹੇ ਪ੍ਰਭੂ, 8 ਪਹਿਰਾਂ ਵਿੱਚੋਂ, 24 ਘੰਟਿਆਂ ਵਿੱਚੋਂ, 60 ਘੜੀਆਂ ਵਿੱਚੋਂ ਮੈਂ ਉਸ ਵੇਲੇ ਤੋਂ ਕੁਰਬਾਨ ਜਾਵਾਂ, ਜਿਹੜਾ ਵੇਲਾ ਮੈਂ ਤੇਰੇ ਦਰ ਨਾਲ ਜੁੜ ਕੇ, ਤੇਰੇ ਦਰ ਤੇ ਆ ਕੇ ਬੈਠ ਕੇ, ਤੇਰੇ ਸਿਮਰਨ ਵਿੱਚ ਜੁੜ ਕੇ, ਗੁਰੂ ਦੇ ਰਾਹੀਂ ਤੈਨੂੰ ਸਮਰਪਿਤ ਹੋ ਕੇ ਬਤੀਤ ਕਰਦਾ ਹਾਂ। ਸਤਿਗੁਰੂ ਜੀ ਨੇ ਉਸ ਵੇਲੇ ਨੂੰ, ਉਸ ਘੜੀ ਨੂੰ, ਉਸ ਮਹੂਰਤ ਨੂੰ ਧੰਤਾ ਯੋਗ ਕਿਹਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ। ਉਹ ਮੂਰਤ ਵੀ ਚੰਗਾ, ਉਹ ਘੜੀ ਵੀ ਚੰਗੀ ਹੈ, ਉਹ ਵੇਲਾ ਚੰਗਾ ਹੈ, ਉਹ ਸਾਰਾ ਦਾ ਸਾਰਾ ਦਿਨ ਚੰਗਾ ਹੈ ਜਦੋਂ
ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕੀਤੇ ਜਾਣ, ਗੁਰੂ ਜੀ ਦਾ ਉਪਦੇਸ਼ ਸਰਵਣ ਕੀਤਾ ਜਾਵੇ। ਕਿਉਂਕਿ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੈ ਚਿੱਤ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭੁਲੇਰੀ ਰੁੱਤ। ਜਿਸ ਦਿਨ ਰੱਬ ਵਿਸਰ ਜਾਂਦਾ ਉਹ ਰੁੱਤ ਭਾਵੇਂ ਕਿੰਨੀ ਵੀ ਸੁਹਾਵਣੀ ਕਿਉਂ ਨਾ ਹੋਵੇ, ਉਹ ਫਿਟਕਾਰਯੋਗ ਹੈ, ਧ੍ਰਿਗ ਹੈ ਉਹ ਵੇਲਾ, ਧ੍ਰਿਗ ਹੈ ਉਹ ਸਮਾਂ, ਜਦੋਂ ਜਿਸ ਵੇਲੇ ਜਿਸ ਘੜੀ ਸਾਨੂੰ ਸੱਚਾ ਪਰਵਤਗਾਰ ਵਿਸਰ ਜਾਂਦਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਮੈਂ ਉਸ ਵੇਲੇ ਨੂੰ ਸਦਾ ਚਿਤਾਰਦਾ ਰਹਿੰਦਾ ਹਾਂ, ਉਡੀਕਦਾ ਰਹਿੰਦਾ ਹਾਂ। ਚਿਤਵੋਂ ਵਾ ਅਵਸਰ ਮਨ ਮਾਹੇ। ਵੈਸੇ ਤੇ ਸਮੁੱਚਾ ਮਨੁੱਖਾ ਜੀਵਨ ਹੀ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਕਿਉਂਕਿ ਫਿਰ ਇਹ ਅਵਸਰ ਚਰੈ ਨਾ ਹਾਥ। ਜੇ ਇਹ ਸਮਾਂ ਲੰਘ ਗਿਆ, ਜੇ ਇਹ ਅਵਸਰ ਤੂੰ ਐਵੇਂ ਗਵਾ ਲਿਆ ਤੇ ਇਹ ਮੌਕਾ ਤੈਨੂੰ ਬਾਰ-ਬਾਰ ਨਹੀਂ ਮਿਲਣਾ। ਸਾਹਿਬ ਕਹਿੰਦੇ ਜਗਤ ਇੱਕ ਅਖਾੜਾ ਹੈ, ਇੱਕ ਸਿੰਜ ਦੀ ਤਰ੍ਹਾਂ। ਐਸੇ ਢੰਗ ਦੇ ਨਾਲ ਜੀਵਨ ਦੀ ਖੇਡ ਖੇਡੀਏ ਕਿ ਬਾਰ-ਬਾਰ ਇਸ ਸਿੰਜ ਵਿੱਚ, ਇਸ ਜਗਤ ਅਖਾੜੇ ਦੇ ਵਿੱਚ ਸਾਨੂੰ ਖੇਡਣਾ ਨਾ ਪਵੇ। ਉਹ ਤਾਂ ਹੀ ਹੋਵੇਗਾ ਜੇ ਇਹ ਅਵਸਰ ਅਸੀਂ ਸੰਭਾਲ ਲਵਾਂਗੇ। ਕਿਉਂਕਿ ਹਉ ਬਹੁੜ ਸਿੰਜ ਨਾ ਨੱਚੂ, ਇਹ ਅਵਸਰ ਲੱਦਾ ਭਾਲ ਜਿਓ। ਜੇ ਮਨੁੱਖਾ ਜੀਵਨ ਦਾ ਅਵਸਰ, ਇਹ ਮੌਕਾ ਸੱਚਮੁੱਚ ਸੰਭਾਲ ਲਿਆ ਜਾਵੇ, ਪਰਮੇਸ਼ਰ ਦੇ ਨਾਲ ਜੁੜ ਕੇ ਇਸ ਨੂੰ ਸਫਲ ਕਰ ਲਿਆ ਜਾਵੇ। ਗਰੀਬ ਨਵਾਜ ਜੀ ਕਿਰਪਾ ਕਰਦੇ ਨੇ, ਚਿਤਵੋਂ ਵਾ ਅਵਸਰ ਮਨ ਮਾਹੇ। ਮੈਂ ਉਸ ਵੇਲੇ ਨੂੰ ਚਿਤਾਰਦਾ ਰਹਿੰਦਾ ਹਾਂ, ਆਪਣੇ ਮਨ ਵਿੱਚ ਉਡੀਕਦਾ ਰਹਿੰਦਾ ਹਾਂ। ਕਿਹੜਾ ਵੇਲਾ? ਜਿੱਥੇ ਸਾਹਿਬ ਕਹਿੰਦੇ ਹੋਏ ਇਕੱਤਰ ਮਿਲੋ ਸੰਤ ਸਾਜਨ, ਗੁਣ ਗੋਬਿੰਦ ਨਿਤ ਗਾਹੇ। ਜਿੱਥੇ ਪ੍ਰਭੂ ਪਿਆਰੇ ਇਕੱਤਰ ਹੋ ਕੇ ਗੋਬਿੰਦ ਧਰਤੀ ਦੇ ਮਾਲਕ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਮੈਂ ਉਹਨਾਂ ਸੰਤ ਜਨਾਂ ਨੂੰ, ਉਹਨਾਂ ਸੱਜਣ ਗੁਰਮੁਖ ਪਿਆਰੇ ਪ੍ਰਭੂ ਪਿਆਰਿਆਂ ਨੂੰ ਮਿਲ ਕੇ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਮਾਲਕ ਦੀ ਕੀਰਤੀ ਕਰਾਂ। ਵੈਸੇ ਵੀ ਸਾਡਾ ਸਾਰਿਆਂ ਦਾ ਇੱਕ ਸੁਭਾਅ ਹੈ ਕਿ ਜਿਸ ਤਰ੍ਹਾਂ ਦੇ ਸਾਡੇ ਸੰਸਕਾਰ ਨੇ, ਜਿਸ ਤਰ੍ਹਾਂ ਦੀ ਸਾਡੀ ਬਿਰਤੀ ਹੈ, ਜਿਸ ਤਰ੍ਹਾਂ ਦੇ ਸਾਡੇ ਖਿਆਲਾਤ ਨੇ, ਅਸੀਂ ਸੰਗਤ ਵੀ ਉਸ ਤਰ੍ਹਾਂ ਦੀ ਚਾਹੁੰਦੇ ਹਾਂ। ਜਿਹੜਾ ਮਨੁੱਖ ਜੂਏ ਵਿੱਚ ਆਪਣੀ ਰੁਚੀ ਰੱਖਦਾ ਹੈ, ਉਹਨੂੰ ਜੁਆਰੀਆਂ ਦਾ ਇਕੱਠ, ਜੂਆ ਖੇਡਣ ਵਾਲਿਆਂ ਦੀ ਸੰਗਤ ਚੰਗੀ ਲੱਗਦੀ ਹੈ। ਜਿਹੜਾ ਮਨੁੱਖ ਸੰਸਾਰੀ ਤੌਰ ਤੇ ਚੋਰੀਆਂ ਕਰਦਾ ਹੈ, ਉਹਦਾ ਧਿਆਨ ਚੋਰਾਂ ਦੇ ਨਾਲ ਹੀ ਜੁੜਿਆ ਰਹਿੰਦਾ ਹੈ। ਜਿਹੜਾ ਮਨੁੱਖ ਵਿਕਾਰੀ ਹੈ, ਉਹਦੀ ਸੁਰਤ ਹਮੇਸ਼ਾ ਵੇਸ਼ਵਾ ਵਾਲੇ ਪਾਸੇ ਆਕਰਸ਼ਿਤ ਹੋਵੇਗੀ। ਪਰ ਪ੍ਰਭੂ ਪਿਆਰੇ ਆਪਣੀ ਸੁਰਤ ਨੂੰ ਹਮੇਸ਼ਾ ਇਸ ਪਾਸੇ ਜੋੜ ਕੇ ਰੱਖਦੇ ਨੇ ਕਿ ਕਦੋਂ ਸਾਨੂੰ ਪ੍ਰਭੂ ਦੇ ਗੁਣ ਗਾਉਣ ਵਾਲਿਆਂ ਦਾ ਮਿਲਾਪ ਹੋਵੇ, ਕਦੋਂ ਸਾਨੂੰ ਉਹਨਾਂ ਦੀ ਸੰਗਤ ਮਿਲੇ। ਉਹ ਇਸ ਮੌਕੇ ਦੀ ਉਡੀਕ ਵਿੱਚ ਰਹਿੰਦੇ ਨੇ ਤੇ ਅਰਦਾਸ ਵੀ ਕਰਦੇ ਨੇ, ਸਾਜਨਾ ਸੰਤ ਆਓ ਮੇਰਾ, ਆਨੰਦਾ ਗੁਣ ਗਾਏ ਮੰਗਲ, ਕਸਮ ਲਾ ਮਿਟ ਜਾਏ ਪਰੇਰੈ। हे ਪ੍ਰਭੂ ਦੇ ਸੰਤ ਜਨੋ, हे ਸੱਜਣੋ, ਆਓ ਮੇਰੇ ਘਰ ਭਾਵ ਮੇਰੇ ਕੋਲ, ਆਪਾਂ ਰਲ ਮਿਲ ਕੇ ਉਸ ਪਰਮੇਸ਼ਰ ਦੇ ਗੁਣ ਗਾ ਲਈਏ। ਕਿਉਂਕਿ ਜਦੋਂ ਪਰਮੇਸ਼ਰ ਦੇ ਗੁਣ ਗਾਵਾਂਗੇ ਤੇ ਜੀਵਨ ਦੇ ਵਿੱਚੋਂ ਅਨੇਕਾਂ ਪਾਪ ਜਿਹੜੇ ਨੇ ਉਹ ਮਿਟ ਜਾਂਦੇ ਨੇ। ਸੱਤੀ ਪੈਰੀ ਸੱਤ ਭਲਾ ਬਈਆ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਜਿੰਨਾ ਵੀ ਸਮਾਂ ਹੋਵੇ, ਜਿਨ੍ਹਾਂ ਨੇ ਅਧਿਆਤਮਕ ਪੜ੍ਹਾਈ ਪੜ੍ਹੀ ਹੈ, ਜੋ ਪ੍ਰਭੂ ਦੇ ਗੁਰਮੁਖ ਪਿਆਰੇ ਨੇ, ਸਤ ਸੰਗੀ ਜਾਣੇ, ਜਿਹੜੇ ਮਾਲਕ ਦੀ ਇਬਾਦਤ ਵਿੱਚ ਜੁੜੇ ਨੇ, ਗੁਰੂ ਕੀ ਸੰਗਤ ਵਿੱਚ ਜਾਂਦੇ ਨੇ, ਜਿੰਨਾ ਸਮਾਂ ਵੀ ਉਹਨਾਂ ਕੋਲ ਬੈਠਾਂਗੇ ਉੱਥੇ ਇਹੀ ਵਿਚਾਰ ਚੱਲੇਗੀ ਕਿ ਪਾਪ ਕੀ ਹੈ, ਪੁੰਨ ਕੀ ਹੈ, ਤੇ ਜੀਵਨ ਵਿੱਚੋਂ ਕੂੜ ਦਾ ਸਰਮਾਇਆ ਘਟੇਗਾ ਤੇ ਸੱਚ ਦੀ ਜਿਹੜੀ ਰਾਸ ਹੈ ਉਹ ਵਧੇਗੀ। ਤੇ ਜਦੋਂ ਸੱਚ ਦੀ ਰਾਸ ਵਧੇਗੀ ਤੇ ਫਿਰ ਸਾਡਾ ਮਨੁੱਖਾ ਜੀਵਨ ਜਿਹੜਾ ਇਹ ਸਫਲਾ ਹੋਣਾ ਹੈ। ਗਰੀਬ ਨਵਾਜ ਨੇ ਇਹ ਵੀ ਬਚਨ ਕਹੇ ਨੇ, ਹਮ ਕਰ ਸਾਜਨ ਆਏ, ਸਾਚੈ ਮੇਲ ਮਿਲਾਏ। ਪ੍ਰਭੂ ਭਗਤਾਂ ਬਾਰੇ ਵੀ ਜ਼ਿਕਰ ਆਉਂਦਾ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ, ਆਏ ਸੰਤ ਪਰਹੁਣੇ, ਕੀਰਤਨ ਹੋਆ ਰੈਣ ਸੁਬਾਈ। ਕਹਿੰਦੇ ਸਮੁੱਚੀ ਰਾਤ ਮਾਲਕ ਦੇ ਗੁਣ ਗਾਉਂਦਿਆਂ ਬਤੀਤ ਹੋਈ। ਜਦੋਂ ਕੋਈ ਸੰਤ ਜਨ, ਪ੍ਰਭੂ ਦੇ ਸੱਜਣ ਜਨ, ਗੁਰਮੁਖ ਪਿਆਰੇ ਮਹਿਮਾਨ ਬਣ ਕੇ ਸਾਡੇ ਘਰ ਆਉਂਦੇ ਨੇ। ਵੇਖੋ ਦੁਨਿਆਵੀ ਮਹਿਮਾਨ ਆਉਣ ਤੇ ਦੁਨਿਆਵੀ ਗੱਲਾਂ ਚੱਲਦੀਆਂ ਨੇ, ਨਸ਼ਿਆਂ ਦੇ ਦੌਰ ਚੱਲਦੇ ਨੇ, ਜੀਵਨ ਬਰਬਾਦ ਹੋ ਜਾਂਦਾ ਹੈ।
पर जदों किते कोई मेहमान कोई परौणे संत जन आउण ते साहब कहिंदे फिर केवल दुनियावी रात ही नहीं, जीवन रूपी रात जिहड़ी है ये मालक दे गुण गाउंदियां बतीत हुंदी है। ते सचमुच उस जीवन रूपी रात नूं सतगुरां ने सफल पूर्वक मन्निया। जदों हिरदे विच ये बेनती है, साजना संत आओ मेरा, आनंदा गुण गाए मंगल कसमला मिट जाए परेरै। ते गरीब नवाज बड़ी निमरता नाल आखदे ने, संत चरण धरो माथै। हे प्रभु तेरे गुरमुख प्यारियां दे जेड़े तेरा नाम जपण वाले तेरे सत संगी जन ने ना, मैं उन्हां दे चरण अपने मत्थे ते रखां। भाव इन्नी निमरता है क्योंकि प्रणवत नानक तिन की शरणा जिन तू नाही विसरिया। ते सचमुच संसार ने वेखिया भी कि जदों भाई लहणा जी रूपी संत, भाई लहणा जी रूपी सज्जण हमेशा मालक नूं सिमरदे सन ते गुरु नानक जी दे चरण सदा उन्होंने परसे। ते एक दिन ऐसा आया कि गुरु नानक साहब जी ने अपना सीस भाई लहणा जी रूपी संत, भाई लहणा जी रूपी सज्जण दे चरनां ते टिका के मत्था टेकिया, परिक्रमा कीतियां ते सानू सारियां नू प्रेरणा कीती कि अज तो बाद तुहाडे गुरु गुरु अंगद दे महाराज ने। क्योंकि हमेशा सतगुरु जी इस समय की उडीक विच ने कि हे मालक तेरा नाम जपण वाला सचमुच जिहड़ा तेरे नाल जुड़िया तेरी बंदगी करदा है ना, संत चरण धरो माथै। चांदना गरे होए अंधेरा ते होवेगा कि जदों जीवन विच जिहड़ा अंधकार दा हनेरा है ना वो दूर हो जाता है प्रभु प्यारियां दी संगत कीतियां, ते हिरदे दे विच रब्बी ज्ञान दा जिहड़ा चानण है वो भर जाता है। क्योंकि प्रभु प्यारे मालक नाल जुड़ के ज्ञान दे नाल सदा सरशार रहिंदे ने। क्योंकि असल विच गुरमत दे संत गुरमत दे सज्जण है ही वो जिन्हां दे अंदर गुरु दा ज्ञान है, जिन्हां दे अंदर रब्बी चानण दा प्रकाश है, जिहड़े कदे कोई कर्म कांड कदे कोई पखंडवाद जां किसी अल्प शक्ति की पूजा वाल नहीं, सगों केवल एक परमेश्वर दे ही नाम नू अपनी जिंदगी का आधार मानते ने। रसना करके भी केवल एक प्रभु नू ही सिमरते ने। प्रभ जी बसै साध की रसना, जिन्ना सास गरास न विसरै, हर नामा मन मंत, धन से सेई नानका पूर्ण सोई संत। उन्हां बारे कहा गया कि संत प्रसाद कमल बिगसै, गोबिंद भजों पेख नेरै। जदों प्रभु प्यारे कृपा करते ने ते सचमुच सत संगी जनां दी कृपा दे नाल हिरदे दा कौल जिहड़ा है ये खेड़े विच आ जांदा है। प्रभ कै सिमरन कमल बिगासन, प्रभ कै सिमरन नेचल आसन। फिर जीवन विचों विकार खत्म हो जाते ने, औगण खत्म हो जाते ने, सोच फिकरां अंदेशे दूर हो जाते ने। जिन्ना बात को बहुत अंदेसरो ते मिटै सब गया, सहज सैन अर सुखमन नारी ऊंद कमल बगसया। देखो अचरज भया जे ठाकुर को सुनत अगाध बोध, सो हृदय गुर दया। सब कृपा करदे संत प्रसाद कमल बिगसै, गोबिंद भजों पेख नेरै। मैं परमात्मा की भजन बंदगी करा, परमात्मा नू सदा अपने अंग संग नेड़े वसदा तकां। पर यह सारा कुछ किवें प्राप्त हुंदा है? सब कहिंदे प्रभ किरपा ते संत मिलै। प्रभु किरपा दे नाल ही जिहड़े सतसंगी जन ने, भाव गुरु की संगत जिहड़ी है वो सानू प्राप्त हुंदी। गुरमुख प्यारियां दा मिलाप साडी जिंदगी दे विच हासिल हुंदा है। वार वार नानक वो बेरै, मैं नानक उस वेले तो बार बार बलहारे जाना, क्योंकि इस वेले दी अंदर उड़ीक सी। चितवों वा अवसर मन माहे, वार वार नानक वो बेरै, मैं उस वेले तो उस अवसर तो उस समय तो कुर्बान जावां जिस समय मैनू सतसंगी जन मिले, गुरमुख प्यारियां दा मिलाप होया। क्योंकि सचमुच जिंदगी दे विच जदों प्रभु नाल जुड़ी हुई संगत मिल जावे ते जीवन जिहड़ा है वो तब्दील हो जाता है। संसारी कहावत भी है, जैसी संगत तैसी रंगत। क्योंकि हर एक मनुख दे अंदर परमात्मा ने बीज मात्र संस्कार लिखे ने। जे चंगी संगत मिले
ਤੇ ਉਹ ਬੀਜ ਇੱਕ ਦਿਨ ਦਰਖਤ ਬਣ ਕੇ ਫਲ ਬਣ ਕੇ ਪ੍ਰਭੂ ਦਾ ਮਿਲਾਪ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕਰਾਉਂਦਾ ਹੈ। ਤੇ ਜੇ ਕਿਤੇ ਮਾੜੀ ਸੰਗਤ ਮਿਲ ਜਾਵੇ ਨਸ਼ਈਆਂ ਦੀ, ਵਿਸ਼ਈਆਂ ਦੀ, ਜੁਆਰੀਆਂ ਦੀ, ਤੇ ਜਿਵੇਂ ਧਰਤੀ ਕਲਰ ਵਾਲੀ ਹੋਵੇ ਤੇ ਬੀਜ ਗਲ ਸੜ ਕੇ ਖਤਮ ਹੋ ਜਾਂਦਾ ਹੈ ਨਾ। ਹੈ ਤਾਂ ਸਾਡੇ ਸਾਰਿਆਂ ਦੇ ਅੰਦਰ ਬੀਜ, ਪਰ ਇੱਕ ਉਹ ਨੇ ਜਿਨ੍ਹਾਂ ਨੇ ਇਸ ਬੀਜ ਨੂੰ ਮਾੜੀ ਸੰਗਤ ਵਾਲੇ ਪਾਸੇ ਬੀਜ ਕੇ ਮਾੜੀ ਸੰਗਤ ਵਾਲੇ ਪਾਸੇ ਜੋੜ ਕੇ ਖਤਮ ਕਰ ਲਿਆ। ਇੱਕ ਉਹ ਜਿਹੜੇ ਪ੍ਰਭੂ ਪਿਆਰਿਆਂ ਦੀ ਸੰਗਤ ਨਾਲ ਜੁੜ ਕੇ ਜਦੋਂ ਸਿਮਰਦੇ ਨੇ ਤੇ ਫਿਰ ਉਹਨਾਂ ਦਾ ਬੀਜ ਦਰਖਤ ਬਣ ਕੇ ਪ੍ਰਭੂ ਦੇ ਮਿਲਾਪ ਰੂਪੀ ਫਲ ਤੱਕ ਪਹੁੰਚਦਾ ਹੈ। ਇਸ ਲਈ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਭਾਈ ਸਦਾ ਮੈਂ ਉਸ ਵੇਲੇ ਨੂੰ ਚਿਤਵਦਾ ਹਾਂ। ਚਿਤਵੋਂ ਵਾ ਅਵਸਰ ਮਨ ਮਾਹੇ, ਮੈਂ ਉਹ ਵੇਲਾ ਉਹ ਅਵਸਰ ਉਡੀਕਦਾ ਰਹਿੰਦਾ ਹਾਂ ਮਨ ਵਿੱਚ। ਹੋਏ ਇਕੱਤਰ ਮਿਲੋ ਸੰਤ ਸਾਜਨ, ਕਿ ਜਦੋਂ ਪ੍ਰਭੂ ਦੇ ਸੰਤ ਜਨ ਸੱਜਣ ਗੁਰਮੁਖ ਪਿਆਰੇ ਇਕੱਤਰ ਹੋਣ ਤੇ ਇਕੱਤਰ ਹੋ ਕੇ ਗੁਣ ਗੋਬਿੰਦ ਨਿਤ ਗਾਹੇ, ਜਿਹੜੇ ਨਿਤਾ ਪ੍ਰਤੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ। ਸਾਨੂੰ ਵੀ ਪ੍ਰੇਰਨਾ ਕੀਤੀ ਗਈ ਹੈ ਕਿ ਭਾਈ ਸਦਾ ਮਾਲਕ ਦੇ ਗੁਣ ਗਾਉਣੇ ਚਾਹੀਦੇ ਨੇ, ਕਿਉਂਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਿਜ਼ਲਟ ਸਾਡੇ ਸਾਹਮਣੇ ਰੱਖਿਆ ਵੀ ਮਾਲਕ ਦੇ ਗੁਣ ਗਾਉਣ ਲਈ ਤੁਸੀਂ ਆਏ ਸੀ, ਉਹ ਤੇ ਗਾਏ ਨਹੀਂ। ਤੁਹਾਡੀ ਸਾਰੀ ਉਮਰ ਦੁਨਿਆਵੀ ਗੁਣ ਗਾਨ ਕਰਦਿਆਂ ਹੀ ਬਤੀਤ ਹੋ ਗਈ। ਮੇਰਾ ਘਰ, ਮੇਰਾ ਪੁੱਤਰ, ਮੇਰੀ ਧੀ, ਮੇਰਾ ਪਰਿਵਾਰ, ਮੇਰਾ ਧਨ, ਇਹੀ ਗੁਣਗਾਨ ਚੱਲਦਾ ਰਿਹਾ। ਮਾਲਕ ਦੇ ਗੁਣ ਤਾਂ ਗਾਏ ਨਹੀਂ। ਸਾਹਿਬ ਕਹਿੰਦੇ ਜਦੋਂ ਮਾਲਕ ਦੇ ਗੁਣ ਗਾਓਗੇ ਫਿਰ ਮਾਨਸ ਜਨਮ ਵਿਅਰਥ ਨਹੀਂ ਜਾਵੇਗਾ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਓ। ਕਹਿਣ ਲੱਗੇ ਇਹਨੂੰ ਵਿਅਰਥ ਹੋਣ ਤੋਂ ਬਚਾ ਸਕਦੇ ਹੋ ਮਾਲਕ ਦੀ ਬੰਦਗੀ ਕਰਕੇ। ਮਾਲਕ ਦੇ ਗੁਣ ਗਾ ਕੇ ਵੇਖੋ ਕੀ ਮਿਲਦਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਗੁਰੂ ਵੀ ਗੁਣ ਹੀ ਗਵਾਉਂਦਾ ਹੈ ਨਾ, ਤਾਂ ਹੀ ਤਾਂ ਕਿਹਾ ਜਿਸ ਡਿੱਠੇ ਸਭ ਦੁੱਖ ਜਾਏ। ਜਦੋਂ ਗੁਰੂ ਦੇ ਦੀਦਾਰ ਕਰਾਂਗੇ, ਗੁਰੂ ਦਾ ਉਪਦੇਸ਼ ਸਰਵਣ ਕਰਾਂਗੇ ਤੇ ਗੁਰੂ ਮਾਲਕ ਦੀ ਬੰਦਗੀ ਦਾ ਉਪਦੇਸ਼ ਦੇਵੇਗਾ, ਗੁਣ ਗਾਉਣ ਵਾਲੇ ਪਾਸੇ ਸਾਨੂੰ ਤੋਰੇਗਾ। ਤੇ ਜਿਵੇਂ ਜਿਵੇਂ ਗੁਣ ਗਾਵਾਂਗੇ, ਸਾਹਿਬ ਕਹਿੰਦੇ ਸਗਲੇ ਦੁੱਖ ਪਲਾਇਣ, ਫਿਰ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਜਾਣਗੇ। ਇਸ ਲਈ ਗਰੀਬ ਨਵਾਜ਼ ਜੀ ਪ੍ਰਭੂ ਪਿਆਰਿਆਂ ਨਾਲ ਮਿਲ ਕੇ ਗੁਣ ਗਾਉਣ ਦੀ ਪ੍ਰੇਰਨਾ ਕਰਦੇ ਨੇ। ਸੰਤ ਜਨਾ ਮਿਲ ਹਰ ਜਸ ਗਾਇਓ, ਹਮੇਸ਼ਾ ਹੀ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਮਾਲਕ ਦੇ ਗੁਣ ਗਾਉਣੇ ਚਾਹੀਦੇ ਹਨ, ਕਿਉਂਕਿ ਉਹਨਾਂ ਦੀ ਸੰਗਤ ਸਾਡਾ ਜੀਵਨ ਜਿਹੜਾ ਹੈ ਉਹਨੂੰ ਸਵਾਰਨ ਵਾਲੀ ਹੈ। ਰਹਾਉ, ਇਹ ਆਰੰਭਕ ਪਾਵਨ ਤੁਕਾਂ ਹੀ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਨੇ। ਅੱਗੇ ਜ਼ਿਕਰ ਕਰ ਰਹੇ ਨੇ, ਬਿਨ ਹਰ ਭਜਨ ਜੇਤੇ ਕਾਮ ਕਰੀਐ, ਤੇਤੇ ਬਿਰਥੇ ਜਾਹੇ। ਬਿਨਾ ਮਾਲਕ ਦੀ ਭਜਨ ਬੰਦਗੀ ਤੋਂ ਜਿਹੜੇ ਹੋਰ ਮਨ ਦੇ ਕੰਮ ਨੇ ਨਾ, ਵੇਖੋ ਇੱਕ ਸਰੀਰਕ ਕੰਮ ਨੇ, ਉਹ ਤਾਂ ਸਾਨੂੰ ਉਪਦੇਸ਼ ਦਿੱਤਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਰੀਰਕ ਤੌਰ ਤੇ ਕੋਈ ਖੇਤਾਂ ਵਿੱਚ ਹਲ ਚਲਾਉਂਦਾ, ਦੁਕਾਨ ਵਿੱਚ ਬੈਠਦਾ, ਵਪਾਰ ਕਰਦਾ, ਨੌਕਰੀ ਕਰਦਾ, ਇਹ ਕੰਮ ਵਿਅਰਥ ਨਹੀਂ ਹੈ। ਪਰ ਜਿਹੜੇ ਮਨ ਦੇ ਕੰਮ ਨੇ, ਮਨ ਦੇ ਵਿੱਚ ਜਿਹੜੇ ਪ੍ਰਭੂ ਗੁਣ ਗਾਉਣ ਤੋਂ ਬਿਨਾ ਹੋਰ ਫੁਰਨੇ ਚੱਲ ਰਹੇ ਨੇ, ਵੀ ਜਠੇਰੇ ਨਾ ਮੱਥਾ ਟੇਕ ਆਈਏ, ਕਿਤਿਓਂ ਧਾਗਾ ਨਾ ਲੈ ਆਈਏ, ਕਿਸੇ ਅਲਪ ਸ਼ਕਤੀ ਦੀ ਪੂਜਾ ਨਾ ਕਰ ਆਈਏ, ਆ ਸ਼ਰਾਧ ਨਾ ਕਰ ਲਈਏ, ਵਰਤ ਨਾ ਰੱਖ ਲਈਏ। ਜਿਹੜੇ ਹੋਰ ਕੰਮ ਸਾਡੇ ਮਨ ਵਿੱਚ ਚੱਲ ਰਹੇ ਨੇ, ਸਾਹਿਬ ਕਹਿੰਦੇ ਅਸਲ ਵਿੱਚ ਹੋਰ ਕਾਰ ਵਿਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ। ਹੋਰ ਕੰਮ ਸਾਰੇ ਜਿਹੜੇ ਨੇ ਵਿਕਾਰ ਨੇ ਮਨ ਦੇ, ਕੇਵਲ ਇੱਕ ਸਿਮਰਨ ਵਾਲਾ ਜਿਹੜਾ ਕੰਮ ਹੈ ਉਹ ਸਫਲਾ ਹੈ। ਕਿਉਂਕਿ ਹਉ ਢਾਡੀ ਵੇਕਾਰ ਕਾਰੈ ਲਾਇਆ। ਹੇ ਪ੍ਰਭੂ ਤੂੰ ਸਾਨੂੰ ਚੰਗੀ ਕਾਰੇ ਲਾ ਲਿਆ, ਬੰਦਗੀ ਵਾਲੇ ਕੰਮ ਲਾ ਲਿਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮੇਸ਼ਰ ਦਾ ਨਾਮ ਗੁਰੂ ਕੀ ਸੰਗਤ ਨੂੰ ਮਿਲ ਕੇ ਜਪ, ਇਹ ਤੇਰਾ ਕੰਮ ਸਫਲ ਹੈ। ਬਾਕੀ ਹੋਰ ਜਿਹੜੇ ਕਰਮ ਕਾਂਡਾਂ ਵਾਲੇ, ਪਖੰਡਵਾਦ ਵਾਲੇ, ਵੇਖੋ ਵੇਖੀ ਵਾਲੇ ਮਨ ਦੇ ਕੰਮ ਨੇ ਨਾ, ਸਾਹਿਬ ਕਹਿੰਦੇ ਤਿਆਗੋ ਮਨ ਕੇ ਸਗਲ ਕਾਮ। ਸਰੀਰ ਦੇ ਕੰਮ ਨਹੀਂ ਛੱਡਣੇ, ਸਰੀਰ ਦੇ ਕੰਮ ਛੱਡ ਦਿੱਤੇ ਤੇ ਗੁਰੂ ਕਹਿੰਦਾ ਵੇਲੜ ਮਖਟੂ। ਕਿਉਂਕਿ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖਟੂ ਹੋਏ ਕੈ ਕੰਨ ਪੜਾਏ।
ਸਾਹਿਬ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੇ ਮੂਲ ਨਾ ਲੱਗਿਆ ਪਾਏ, ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਸਾਹਿਬ ਕਹਿੰਦੇ ਘਰ ਦੇ ਜਿਹੜੇ ਕਾਰਜ ਨੇ, ਕੰਮ ਕਾਜ ਨੇ, ਉਹ ਕਰਨੇ ਨੇ, ਸਰੀਰ ਦੀ ਜਿਹੜੀ ਹੈਗੀ ਕਿਰਤ ਹੈ ਉਹ ਸਫਲ ਹੈ, ਪਰ ਜਿਹੜੇ ਮਨ ਦੇ ਅੰਦਰ ਹੋਰ ਕੰਮ ਚੱਲ ਰਹੇ ਨੇ, ਫੁਰਨੇ ਚੱਲ ਰਹੇ ਨੇ, ਸਾਹਿਬ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ। ਇੱਕ ਤਿਲ ਨਹੀਂ ਮੰਨਣਾ, ਉਹ ਰੱਬ ਦੀ ਬੰਦਗੀ ਤੋਂ ਬਿਨਾਂ ਕਿਸੇ ਹੋਰ ਮਨ ਦੇ ਕੰਮ ਨੂੰ ਲੇਖੇ ਵਿੱਚ ਨਹੀਂ ਲਾਉਂਦਾ। ਇਸ ਕਰਕੇ ਜਦੋਂ ਮਾਲਕ ਦੀ ਬੰਦਗੀ ਕਰਾਂਗੇ, ਸਾਹਿਬ ਕਹਿੰਦੇ ਨੇ ਫਿਰ ਉਹ ਕੰਮ ਜਿਹੜਾ ਹੈ ਸਾਡੇ ਆਤਮਿਕ ਜੀਵਨ ਦੇ ਮਾਨੋ ਲੋੜ ਵੇਲੇ ਕੰਮ ਆਉਣ ਵਾਲਾ ਹੈ। ਹੋਰ ਕੰਮ ਜਿਹੜੇ ਨੇ ਉਹ ਸਾਡੇ ਕਿਸੇ ਵੀ ਕਾਜ ਨਹੀਂ, ਭਾਵ ਕਿਸੇ ਵੀ ਲੇਖੇ ਵਿੱਚ ਨਹੀਂ, ਕਿਸੇ ਵੀ ਅਰਥ ਵਿੱਚ ਨਹੀਂ। ਬਿਨ ਹਰ ਭਜਨ ਜੇਤੇ ਕਾਮ ਕਰੀਐ, ਤੇਤੇ ਬਿਰਥੇ ਜਾਹੇ। ਉਹ ਸਾਰੇ ਦੇ ਸਾਰੇ ਵਿਅਰਥ ਚਲੇ ਜਾਂਦੇ ਨੇ, ਭਾਵ ਉਹ ਕੰਮ ਕਰਨ ਦੇ ਨਾਲ ਸਾਨੂੰ ਅਧਿਆਤਮਿਕ ਜੀਵਨ ਜਿਹੜਾ ਹੈ ਉਹਦੇ ਵਿੱਚ ਸਫਲਤਾ ਨਹੀਂ ਮਿਲਦੀ। ਤੇ ਜਦੋਂ ਮਾਲਕ ਦੀ ਬੰਦਗੀ ਕਰਾਂਗੇ ਤੇ ਸਾਹਿਬ ਦੀ ਪ੍ਰੇਰਨਾ ਹੈ ਕਿ ਤਜ ਅਭਿਮਾਨ, ਜ਼ਿੰਦਗੀ ਵਿੱਚੋਂ ਹੰਕਾਰ ਤਿਆਗ ਕੇ ਜਦੋਂ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਚਿੱਤ ਜੋੜਾਂਗੇ, ਇਹ ਕਾਰਜ ਜਿਹੜੇ ਨੇ ਇਹ ਸੱਚਮੁੱਚ ਸਾਡੇ ਅਧਿਆਤਮਿਕ ਜੀਵਨ ਦੇ ਕੰਮ ਆਉਣ ਵਾਲੇ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਪੂਰਨ ਪਰਮਾਨੰਦ ਮਨ ਮੀਠੋ, ਤਿਸ ਬਿਨ ਦੂਸਰ ਨਾਹੇ। ਉਹ ਪ੍ਰਭੂ ਜੋ ਪੂਰਨ ਪਰਮ ਆਨੰਦ ਦਾ ਸੋਮਾ ਹੈ, ਜਦੋਂ ਉਹ ਮਨ ਵਿੱਚ ਮਿੱਠਾ ਲੱਗਣ ਲੱਗ ਪਵੇ, ਭਾਵ ਉਹਦਾ ਨਾਮ ਸਿਮਰਨ ਚੰਗਾ ਲੱਗਣ ਲੱਗ ਪਵੇ, ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਤਿਸ ਬਿਨ ਦੂਸਰ ਨਾਹੇ। ਉਸ ਪ੍ਰਭੂ ਤੋਂ ਬਿਨਾਂ ਕੋਈ ਹੋਰ ਦੂਜਾ ਨਹੀਂ ਜਿਹੜਾ ਸਾਡੀ ਸਹਾਇਤਾ ਕਰ ਸਕੇ, ਕਿਉਂਕਿ ਜਿੱਥੇ ਸਾਰਿਆਂ ਦੀ ਸਮਰੱਥਾ ਖਤਮ ਹੋ ਜਾਣੀ ਹੈ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ, ਅਗਨੀ ਉਦਰ ਮਾਹੇ। ਇਸ ਕਰਕੇ ਤਜ ਅਭਿਮਾਨ ਮੋਹ ਮਾਇਆ ਪੁਨ, ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਜਦੋਂ ਅਸੀਂ ਇਸ ਤਰ੍ਹਾਂ ਮਾਲਕ ਦੀ ਭਜਨ ਬੰਦਗੀ ਕਰਾਂਗੇ ਤੇ ਸਾਹਿਬ ਕਹਿੰਦੇ ਸੱਚਮੁੱਚ ਫਿਰ ਜ਼ਿੰਦਗੀ ਸਫਲ ਹੋਵੇਗੀ, ਬੰਧਨ ਰਹਿਤ ਅਵਸਥਾ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋਵੇਗੀ। ਪ੍ਰਭੂ ਪਿਆਰਿਆਂ ਨੂੰ ਸੱਚਾ ਨਾਮ ਮਿੱਠਾ ਲੱਗਦਾ, ਪਿਆਰਾ ਲੱਗਦਾ। ਇਸੇ ਕਰਕੇ ਬਾਬਾ ਫਰੀਦ ਜੀ ਜਦੋਂ ਉਹਨਾਂ ਨੂੰ ਸ਼ਕਰਗੰਜ ਦੇ ਰੂਪ ਵਿੱਚ ਆਪਾਂ ਵੇਖਦੇ ਹਾਂ ਕਿ ਜਦੋਂ ਨਮਾਜ਼ ਪੜ੍ਹਦੇ ਤੇ ਦੁਨਿਆਵੀ ਤੌਰ ਤੇ ਸੁਰਤ ਜਿਹੜੀ ਸੀ ਸ਼ੱਕਰ ਮਿੱਠੇ ਆਦਿਕ ਵਿੱਚ ਜੁੜੀ ਸੀ, ਬੜਾ ਮਿੱਠਾ ਉਹਨਾਂ ਨੂੰ ਸਵਾਦਲਾ ਲੱਗਦਾ ਸੀ। ਪਰ ਜਦੋਂ ਪਰਮੇਸ਼ਰ ਦਾ ਨਾਮ, ਪ੍ਰਭੂ ਦੀ ਬੰਦਗੀ, ਨਮਾਜ਼ ਮਿੱਠੀ ਲੱਗਣ ਲੱਗ ਪਈ, ਅੰਦਰ ਦਾ ਰਸ ਪ੍ਰਗਟ ਹੋ ਗਿਆ ਤੇ ਬਾਬਾ ਫਰੀਦ ਜੀ ਨੇ ਦੁਨੀਆ ਦੇ ਜਿੰਨੇ ਵੀ ਪ੍ਰਮੁੱਖ ਮਿੱਠੇ ਹਨ ਉਹਨਾਂ ਦੀ ਇੱਕ ਲਿਸਟ ਤਿਆਰ ਕਰਕੇ ਸਾਨੂੰ ਸਮਝਾਇਆ ਕਿ ਇਹਨਾਂ ਵਿੱਚੋਂ ਕੋਈ ਵੀ ਮਿੱਠਾ ਪਦਾਰਥ ਪਰਮੇਸ਼ਰ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ। ਉਹਨਾਂ ਦੇ ਬਚਨ ਨੇ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਚਾਹੇ ਸ਼ੱਕਰ ਹੋਵੇ, ਚਾਹੇ ਖੰਡ ਹੋਵੇ, ਚਾਹੇ ਗੁੜ ਹੋਵੇ, ਚਾਹੇ ਨਿਵਾਤ ਮਿਸ਼ਰੀ ਹੋਵੇ, ਚਾਹੇ ਮਾਖਿਓ ਮਖਿਆਲ ਸ਼ਹਿਦ ਹੋਵੇ, ਚਾਹੇ ਮਾਝਾ ਦੁੱਧ। ਉੱਤਮ ਦੁੱਧ ਜਿਹੜਾ ਹੈ ਗੁਰੂ ਕੀ ਬਾਣੀ ਨੇ ਮੱਝ ਦਾ ਦੁੱਧ ਜਿਹੜਾ ਉਹ ਦੱਸਿਆ ਕਿ ਇਹ ਜਿਹੜੇ ਮਾਨੋ ਉੱਤਮ ਪਦਾਰਥ ਨੇ, ਜਿਹੜੇ ਬੜੇ ਮਿੱਠੇ ਨੇ ਸੰਸਾਰ ਦੇ ਵਿੱਚ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ। ਕਹਿੰਦੇ ਅਸੀਂ ਬੇਇਨਸਾਫੀ ਨਹੀਂ ਕਰਦੇ ਵੀ ਇਹ ਮਿੱਠੀਆਂ ਨਹੀਂ ਹੈ, ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ, ਸਾਰੇ ਪਦਾਰਥ ਮਿੱਠੇ ਨੇ। ਰੱਬ ਨਾ ਪੁੱਜਣ ਤੁਧ, ਰੱਬ ਦਾ ਰਾਰਾ ਵੀ ਮੁਕਤਾ ਤੇ ਬੱਬਾ ਵੀ ਮੁਕਤਾ ਸੁਬੋਧਨ ਹੈ। ਹੇ ਰੱਬ ਜੀ, ਇਹਨਾਂ ਵਿੱਚੋਂ ਕੋਈ ਮਿੱਠਾ ਪਦਾਰਥ ਤੁਹਾਡੇ ਨਾਮ ਦੇ ਤੁਲ ਨਹੀਂ ਪਹੁੰਚ ਸਕਦਾ। ਰੱਬ ਨਾ ਪੁੱਜਣ ਤੁਧ, ਹੇ ਰੱਬ ਜੀ, ਇਹਨਾਂ ਵਿੱਚੋਂ ਕੁਝ ਵੀ ਤੁਹਾਡੇ ਤੁਲ ਨਹੀਂ, ਕਿਉਂਕਿ ਉੱਥੇ ਜਾ ਕੇ ਇਹ ਸਾਰੇ ਫਿੱਕੇ ਹੋ ਜਾਂਦੇ ਨੇ। ਤੁਹਾਡਾ ਨਾਮ ਜਿਹੜਾ ਹੈ ਉਹ ਪ੍ਰਭੂ ਪਿਆਰਿਆਂ ਨੂੰ ਮਿੱਠਾ ਲੱਗਦਾ ਹੈ ਤੇ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਉਹਨਾਂ ਨੂੰ ਸਮਝ ਆ ਜਾਂਦੀ ਕਿ ਪ੍ਰਭੂ ਹੀ ਅਸਲ ਵਿੱਚ ਪੂਰਨ ਪਰਮ ਆਨੰਦ ਦਾ ਸੋਮਾ ਹੈ। ਤੇ ਜਦੋਂ ਸਾਡਾ ਜੀਵਨ ਉਸ ਮਾਲਕ ਦੇ ਨਾਲ ਜੁੜੇਗਾ ਫਿਰ ਸਮਝ ਆਵੇਗੀ ਤਿਸ ਬਿਨ ਦੂਸਰ ਨਾਹੇ। ਹੇ ਪ੍ਰਭੂ, ਤੇਰੇ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ, ਕਿਉਂਕਿ
तुद बिन दूजा नाही कोय, तू करतार करै सो होए। सारा जगत फिर के वेख लईए, प्रभु वर्गी जिहड़ी दयालता है, गुरु वर्गी जिहड़ी दया है, वो किसी पीर फकीर विच, किसी देवी देवते दे विच भी नहीं। इस करके साहब जी कृपा कर रहे ने, जप तप संजम कर्म सुख साधन, ਤੋਲਨਾ ਕਛੂ ਐ ਲਾਹੇ। हे प्रभु, ਤੁਹਾਡੇ ਨਾਮ ਜਪਣ ਤੋਂ ਬਿਨਾ ਜਿਹੜੇ ਹੱਠ ਕਰਮਾਂ ਵਾਲੇ ਜਪ ਤਪ ਨੇ, ਉਵੇਂ ਤਾਂ ਵੇਖੋ ਜਪ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਹੀ ਜਪ ਤੋਂ ਹੁੰਦੀ ਹੈ। ਪਰ ਇੱਕ ਜਪ ਹੈ ਤੋਤਾ ਰਟਣ ਵਾਲਾ, ਵਿਖਾਵੇ ਵਾਲਾ, ਹੱਠ ਵਾਲਾ। ਉਹਦੇ ਬਾਰੇ ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਕਹਿੰਦੇ ਜਪ ਉਹ ਸਫਲ ਹੈ ਜਿਹੜਾ ਪਰਮੇਸ਼ਰ ਦਾ ਕੀਤਾ ਜਾਵੇ। ਜਪੋ ਤਾਂ ਏਕੋ ਨਾਮਾ, ਅਵਰ ਨਰਾਫਲ ਕਾਮਾ। ਹੋਰ ਜਿਹੜੇ ਜਪ ਵਾਲੇ ਕੰਮ ਨੇ ਨਾ, ਉਹ ਨਿਫਲ ਨੇ। ਵੇਖੋ ਇੱਥੇ ਵੀ ਸਰੀਰਕ ਕੰਮ ਬਾਰੇ ਨਹੀਂ ਕਿਹਾ ਕਿ ਹੋਰ ਕੰਮ ਨਿਫਲ ਨੇ। ਇੱਥੇ ਨਾਮ ਜਪਣ ਤੋਂ ਬਿਨਾਂ ਜਿਹੜੇ ਹੋਰ ਕੰਮ ਨੇ, ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ। ਜਿਹੜੇ ਹੋਰ ਕੰਮ ਨੇ, ਜਿਹੜੇ ਹੋਰ ਹੱਠ ਜਿਹੜੇ ਕਰਮੀ ਨੇ, ਭਾਵ ਜਿਹੜੇ ਵਿਖਾਵੇ ਵਾਲੇ ਜਪ ਤਪ ਨੇ, ਕਹਿੰਦੇ ਉਹ ਵਿਅਰਥ ਨੇ। ਸਾਹਿਬ ਜੀ ਨੇ ਉਸ ਜਪ ਤਪ ਬਾਰੇ ਸਾਨੂੰ ਬਾਰ-ਬਾਰ ਪ੍ਰੇਰਨਾ ਕਰਕੇ ਸਮਝਾਇਆ ਕਿ ਭਾਈ ਅਸਲ ਵਿੱਚ ਜਪ ਉਹ ਸਫਲ ਹੈ ਜਿਹੜਾ ਇੱਕ ਪਰਮੇਸ਼ਰ ਦਾ ਜਪੀਏ। ਜਦੋਂ ਸਾਡੀ ਰਸਨਾ ਤੋਂ ਪਰਮੇਸ਼ਰ ਦਾ ਕੋਈ ਵੀ ਨਾਮ ਉਚਾਰਨ ਹੋਵੇ ਤੇ ਉਹਦਾ ਅਰਥ ਇੱਕ ਸਰਬ ਵਿਆਪਕ ਪਰਮੇਸ਼ਰ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਉਹ ਕਿਸੇ ਘੱਟ ਸ਼ਕਤੀ ਦਾ ਪ੍ਰਤੀਕ ਹੋਵੇ। ਸਾਹਿਬ ਕਹਿੰਦੇ ਫਿਰ ਉਹ ਵਿਅਰਥ ਚਲਿਆ ਜਾਂਦਾ। ਉਹ ਤਪ ਜਿਹੜਾ ਧੂਣੀਆਂ ਧਾ ਕੇ ਕੀਤਾ ਜਾਂਦਾ, ਪੁੱਠੇ ਲਟਕ ਕੇ ਥੱਲੇ ਅੱਗ ਬਾਲ ਕੇ, ਉਹ ਵੀ ਹੱਠ ਕਰਮ ਹੈ। ਜੇ ਤਪ ਕਰਨਾ ਤੇ ਫਿਰ ਕਿਹੜਾ ਤਪ ਕਰਨਾ ਚਾਹੀਦਾ? ਗੁਰ ਸੇਵਾ ਤਪਾਂ ਸਿਰ ਤਪਸਾਰ। ਜੀਵਨ ਮਨੋਰਥ ਅਸਲ ਵਿੱਚ ਆਪਣੇ ਆਪ ਵਿੱਚ ਤਪ ਹੈ। ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਸਿੱਖੀ ਵਿੱਚ ਪਰਪੱਕ ਰਹਿਣਾ, ਆਪਣੇ ਆਪ ਨੂੰ ਨਿਆਰਾ ਰੱਖਣਾ, ਇਹ ਤਪ ਜਿਹੜਾ ਹੈ ਇਹ ਗੁਰਸਿੱਖੀ ਦੇ ਵਿੱਚ ਪ੍ਰਵਾਨ ਹੈ। ਤੇ ਦੂਸਰੇ ਪਾਸੇ ਸਾਹਿਬ ਕਹਿੰਦੇ ਜਾਪ ਕੇ ਕੀਏ ਜੋ ਪੈ ਪਾਈਐ ਅਜਾਪ ਦੇਵ, ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਜੇ ਤੋਤਾ ਰਟਣ ਵਾਲਾ, ਵਿਖਾਵੇ ਵਾਲਾ ਜਪ ਤਪ ਹੋਵੇ ਤੇ ਆਕਾਸ਼ ਵਿੱਚ ਇੱਕ ਪੰਛੀ ਹੈ ਪੂਦਨਾ, ਜਿਹੜਾ ਹਮੇਸ਼ਾ ਤੂੰ ਹੀ ਉਚਾਰਨ ਕਰਦਾ। ਹਰ ਹਟ ਵੀ ਤੂੰ ਕਰੈ, ਬੋਲੈ ਭਲੀ ਬਾਣ। ਹਟ ਬਾਰੇ ਵੀ ਕਿਹਾ ਕਿ ਉਹ ਵੀ ਤੂੰ ਉਚਾਰਨ ਕਰਦਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਹਿਬ ਕਹਿੰਦੇ ਤੂੰ ਜਪ ਕਰਨਾ ਉਸ ਮਾਲਕ ਦਾ। ਜਪ ਮਨ ਸਤਨਾਮ, ਸਦਾ ਸਤਨਾਮ। ਤੂੰ ਹਮੇਸ਼ਾ ਹੀ ਸੱਚੇ ਨਾਮ ਨੂੰ ਜਪਣਾ, ਕਿਸੇ ਹੋਰ ਨਾਮ ਨੂੰ ਨਹੀਂ। ਕਿਉਂਕਿ ਜਿਹੜੇ ਹੋਰ ਜਪ ਤਪ ਨੇ ਨਾ, ਉਹਨਾਂ ਦੇ ਨਾਲ ਜਿਵੇਂ ਵਿਖਾਵੇ ਵਾਲੇ ਸੰਜਮ ਨੇ ਵੀ ਆਪਣੀਆਂ ਇੰਦਰੀਆਂ ਨੂੰ, ਚਾਹੇ ਉਹ ਕਰਮ ਇੰਦਰੇ ਨੇ, ਗਿਆਨ ਇੰਦਰੇ ਨੇ, ਉਹਨਾਂ ਨੂੰ ਕਿਸੇ ਯੋਗ ਸਾਧਨਾ ਰਾਹੀਂ ਕੋਈ ਹੱਠ ਕਰਮ ਕਰਕੇ ਵਸ ਵਿੱਚ ਕਰਨਾ, ਜਾਂ ਸਾਹਿਬ ਕਹਿੰਦੇ ਸੁੱਖ ਸਾਧਨ, ਦੁਨਿਆਵੀ ਤੌਰ ਤੇ ਸੁੱਖਾਂ ਦੇ ਸਾਧਨਾਂ ਲਈ ਮਨੁੱਖ ਕਈ ਤਰ੍ਹਾਂ ਦੇ ਕਰਮ ਕਾਂਡ ਕਰਦਾ। ਇਹ ਸਾਰਾ ਕੁਝ ਜਿਹੜਾ ਇਹ ਪ੍ਰਭੂ ਦੇ ਨਾਮ ਦੇ ਤੁਲ ਨਹੀਂ ਹੈ। ਤੁਲ ਨੈ ਕਛੂ ਐ ਲਾਹੇ। ਪ੍ਰਭੂ ਪਿਆਰੇ ਇਹਨਾਂ ਨੂੰ ਨਾਮ ਦੇ ਤੁਲ ਨਹੀਂ ਸਮਝਦੇ, ਭਾਵ ਇਸ ਖੋਰ ਕਰਮ ਕਾਂਡਾਂ ਨੂੰ ਨਾਮ ਦੇ ਤੁਲ ਮਹਾਨਤਾ ਜਿਹੜੀ ਹੈ ਉਹ ਨਹੀਂ ਦਿੰਦੇ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਪ੍ਰਭੂ ਅਸੀਂ ਉਹ ਵਿਖਾਵੇ ਵਾਲੇ ਕਰਮ ਨਾ ਕੀਤੇ ਨੇ, ਨਾ ਕਰਨੇ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਅਸੀਂ ਨਹੀਂ ਉਹ ਜਪ ਤਪ ਕੀਤੇ ਜਿਹੜੇ ਵਿਖਾਵੇ ਵਾਲੇ ਹੋਣ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਤੁਹਾਨੂੰ ਜਪਿਆ। ਤੇ ਖਾਲਸੇ ਦੀ ਪਰਿਭਾਸ਼ਾ ਵੀ ਇਹ ਹੈ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਜਿਹੜਾ ਇੱਕ ਤੋਂ ਬਿਨਾ ਕਿਸੇ ਹੋਰ ਦਾ ਜਪ ਨਹੀਂ ਕਰਦਾ, ਕਿਸੇ ਹੋਰ ਨੂੰ ਆਪਣੇ ਮਨ ਵਿੱਚ ਨਹੀਂ ਲਿਆਉਂਦਾ, ਹੋਰ ਨੂੰ ਪ੍ਰਭੂ ਵਾਲੀ ਥਾਂ ਨਹੀਂ ਦਿੰਦਾ, ਅਸਲ ਵਿੱਚ ਉਹ ਖਾਲਸ ਹੈ। ਖਾਲਸ ਦਾ ਮਤਲਬ ਹੈ ਸ਼ੁੱਧ। ਤੇ ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਪੰਥ ਚਲਾਇਆ ਨਾ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਹੀ ਅਸਲ ਵਿੱਚ ਖਾਲਸਾ ਪੰਥ ਹੈ।
क्योंकि निर्मल का अर्थ भी शुद्ध ते खालसे का अर्थ भी शुद्ध, जिहदे विच अकाल पुरख की बंदगी तो बिना कोई होर रल गढ़ नहीं है, जिहदे जीवन विच कोई होर मिलावट नहीं है। ते जिहदे जीवन विच मिलावट होवे कुछ हन्ने दी, कुछ बन्ने दी, कुछ पहाड़ां वाली रन्ने दी, कुछ ढोल ढमक्का सरवर दा, कुछ शरधा बाबे नानक दी, भी सिख हर थां ते खलोता नज़र आवे। ये कवे भी मैं जिथे जावां मत्था टेकी जावां, जेड़ा जप होवे वो करी जावां, जिधरों कुछ मिले मैं वो जिंदगी विच धारण कर लवां। साहब कहंदे जेड़ा रल गढ़ है ना वो खालस निर्मल नहीं है। अज तो 550 साल पहला गुरु नानक साहब ने जेड़ा निर्मल पंथ दिता, निर्मल पंथ का मतलब इहो सी कि असल विच जेड़ा केवल एक परमेश्वर नाल जुड़िया वो शुद्ध है, वो खालस है, जेड़ा एक तो बिना किसी होर नूं नहीं ध्याउंदा ते किसी होर कर्म नूं एक नाम दे बराबर नहीं समझदा। चाहे वो कर्म बनारसी तप करै उल्ट तीर्थ मरै, चाहे असमेध जग कीजै सोना गर्भ दान दीजै, राम नाम सर तऊ न पूजै, नहीं तुल राम नाम विचार। क्योंकि उन्होंने समझ आ जाती पुन दान जप तप जेते सब ऊपर नाम। हुण वेखो नाम ते जप तप, इहदा मतलब जिथे जप तप विखावे वाला है साहब कहंदे वो थल्ले आ ते नाम इन्हां तो उच्चे आ। पुन दान उवें पुन दान करना है, साहब कहंदे वो कि मनुख किसी लेखे विच नहीं जिन्हें भूखा दान ना दीना, किसी लोड़वंद की सहायता नहीं की, समय सिर कोई दान पुण्य नहीं किया, लोड़वंद की सहायता करना हथों दे के भला मनावै, ये सिੱਖੀ का उत्तम कर्म है। पर जदों विखावे वाला हंकार वाला दान पुण्य होवे, भी लोहड़ी वाली रात शराबां भी चलियां, डीजे भी वजे, भंगड़े भी पाए, अश्लीलता के गीत भी गाए, तो अगले दिन कहंदा हुण माघी वाला दिन आया तो हुण 50 दे 100 दे चिट्टे नोट किसी धर्म स्थान के बाहर खड़ो के सरदार जी दान कर रहे हैं। साहब कहंदे इस दान का की लाभ है, आ लोहड़ी वाली रात तू की कीता। उत्थे गरीब नवाज कृपा करते ने पुन दान जप तप जेते सब ऊपर नाम, हर हर रसना जो जपै तिस पूर्ण काम। जेड़ा हरि परमेश्वर का नाम जपेगा उहदे जीवन मनोरथ का जिहड़ा कारज है साहब कहंदे ने वो असल विच सफल है। क्योंकि प्रभु प्यारे जप तप संजम कर्म सुख साधन, जिन्ने भी विखावे वाले जप तप ने जां संजम ज्ञान इंद्रियां कर्म इंद्रियां नूं वश करन दा तरीका, जां दुनियावी तौर ते सुख सहूलतां लई जिहड़े साधन अपनाउणे ने, साहब कहंदे तुल ना कछू है लाहे, वो परमेश्वर दे नाम दे तुल नहीं समझदे। क्योंकि उन्हां नूं पता है कि परमेश्वर का नाम ही सब तो उत्तम है। सर्ब धर्म मानो ते किए जे प्रभ कीरत गाई, जिन्हें रब की कीर्ति कर ली उन्हें सारे धर्म कमा ले, उन्हें सारे कर्म कर ले। ते दूसरे पासे साहब कहंदे तीर्थ करै व्रत फुन राखै, नै मनुआ बस जाको, नेफल धर्म ताहे तुम मानो, साच कहत मैं जाको। असी भावें कही जावांगे असी इन्ने तीर्थां दे इशनान कर ले, इन्ने जप तप कर ले, पर गुरु की दृष्टि विच वो सारे नेफल ने। गुरु की दृष्टि विच वो जप तप वो कर्म धर्म सफल ने जिहड़े परमेश्वर नाल जुड़ के कीते जाण, जिहड़े सचमुच सानू आत्मक बल देण, जिहदे विच साडा जीवन जिहड़ा है वो सखारत भाव सफला हो सके। गरीब नवाज कृपा कर रहे ने कि जप तप संजम कर्म सुख साधन। प्रभु प्यारिਆਂ ਨੂੰ इस गल की समझ आ जाती है कि जो सुख को चाहे सदा शरण राम की ले, वो सदीव काल ਲਈ ਜਿਹੜਾ सुख है प्रभु की शरण विचों प्राप्त कर लेंदे ने। उन्हां ਨੂੰ किसी होर कर्म कांडां दे विचों कोई सुख ਜਿਹੜਾ है वो दिखाई नहीं दिंदा, क्योंकि उन्हां दी ये विचारधारा बन जाती सुख ना ही बहुता धन खाटै, सुख ना ही पेखै नृत नाटै, सुख ना ही बहु देश कमाए, सर्ब सुखा हर हर गुण गाए। क्योंकि सारे सुख जेड़े ने परमेश्वर दे गुण गाउण विच ने। हलत सुख पलत सुख नित सुख सिमरनो, नाम गोबिंद का सदा लीजै। जेड़े सदीव काल परमेश्वर दा जेड़ा नाम है
ਉਹਨੂੰ ਜਪਦੇ ਨੇ। ਤੇ ਸਾਹਿਬ ਕਹਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਤੁੱਲ ਕੋਈ ਹੋਰ ਕਰਮਕਾਂਡ ਜਾਂ ਕੋਈ ਹੋਰ ਸਾਧਨਾ ਆਦਿਕ ਨਹੀਂ। ਸਾਹਿਬ ਕਹਿੰਦੇ ਮੈਂ ਸਾਰਾ ਕੁਝ ਤਿਆਗ ਕੇ ਇਹ ਪ੍ਰਭੂ ਕੇਵਲ ਤੁਹਾਡਾ ਨਾਮ ਜਪਿਆ, ਕਿਉਂਕਿ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਨਾਨਕ ਕੈ ਘਰ ਕੇਵਲ ਨਾਮ। ਗੁਰੂ ਨਾਨਕ ਸਾਹਿਬ ਦੇ ਘਰ ਕੇਵਲ ਪਰਮੇਸ਼ਰ ਦੀ ਬੰਦਗੀ ਜਿਹੜੀ ਹੈ ਉਹ ਪ੍ਰਵਾਨ ਹੈ। ਇਸ ਤੋਂ ਬਿਨਾ ਕੋਈ ਹੋਰ ਹੱਠ ਕਰਮ, ਕੋਈ ਵਿਖਾਵੇ ਵਾਲਾ ਜਪ ਤਪ, ਕੋਈ ਪੁੱਠੇ ਲਟਕੇ ਤਪ ਆਦਿ ਕਰਨਾ ਸਗੋਂ ਸਤਿਗੁਰੂ ਜੀ ਤੇ ਬਾਰ-ਬਾਰ ਸਾਨੂੰ ਪ੍ਰੇਰਨਾ ਕਰਦੇ ਨੇ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਕਹਿੰਦੇ ਤੂੰ ਤਾਂ ਸਗੋਂ ਪ੍ਰਭੂ ਪਿਆਰਿਆਂ ਦੇ ਨਾਲ ਮਿਲ ਕੇ ਮਾਲਕ ਦੇ ਗੁਣ ਗਾਇਆ ਕਰ। ਜਿੱਥੇ ਸਤ ਸੰਗ ਜੁੜਦੀ ਹੈ ਉੱਥੇ ਬੈਠ ਕੇ ਤੈਨੂੰ ਆਤਮਿਕ ਸੁਖ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ। ਚਰਨ ਕਮਲ ਨਾਨਕ ਮਨ ਬੇਦਿਓ, ਚਰਨੈ ਸੰਗ ਸਮਾਹੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾਉਂਦੇ ਹੋਏ ਸਾਨੂੰ ਪ੍ਰੇਰਨਾ ਕਰ ਰਹੇ ਨੇ। ਇਹ ਨਾਨਕ ਪ੍ਰਭੂ ਪਿਆਰਿਆਂ ਦਾ ਜਿਹੜਾ ਮਨ ਹੈ ਉਹ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਵਿੰਨਿਆ ਜਾਂਦਾ ਹੈ, ਭਾਵ ਜੁੜ ਜਾਂਦਾ ਹੈ। ਕਿਉਂਕਿ ਪ੍ਰਭੂ ਪਿਆਰੇ ਅਸੀਸਾਂ ਵੀ ਇਹੋ ਮੰਗਦੇ ਨੇ, ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ। ਨਾਨਕ ਦਾਸ ਹੁਨ ਸੰਗ ਲਪਟਾਇਓ ਜਿਉ ਬੂੰਦੈ ਚਾਤਰਕ ਮੌਲਾ। ਸਾਜਨ ਚਿੱਤ ਸੁਚਿੱਤ ਸੋ। ਕਹਿਣ ਲੱਗੇ ਜੀਵਨ ਵਿੱਚ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਜਿਵੇਂ ਇੱਕ ਬਬੀਹੇ ਦੀ ਹੈ। ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ। ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੈ ਹਰਹਾ, ਤਿਉ ਹਰ ਜਨ ਮੰਗੈ ਨਾਮ ਨਾਨਕ ਬਲਹਾਰਣੈ। ਜਿਵੇਂ ਇੱਕ ਚਾਤਰਕ ਬਬੀਹਾ ਪ੍ਰਿਓ ਪ੍ਰਿਓ ਕਰਕੇ ਸਵਾਂਤੀ ਬੂੰਦ ਨੂੰ ਚਾਹੁੰਦਾ ਹੈ, ਪ੍ਰਭੂ ਪਿਆਰੇ ਹਮੇਸ਼ਾ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਇਵੇਂ ਜੁੜੇ ਰਹਿੰਦੇ ਨੇ ਤੇ ਉਹਨਾਂ ਦੀ ਹਾਲਤ ਭੌਰੇ ਵਰਗੀ ਬਣ ਜਾਂਦੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨੋ ਮੋਹ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਕਿਰਪਾ ਕਰੋ ਨਾਨਕ ਬਬੀਹੇ ਨੂੰ ਆਪਣੇ ਨਾਮ ਦੀ ਬੂੰਦ ਦਿਓ, ਤਾਂ ਕਿ ਤੁਹਾਡੇ ਨਾਮ ਦੇ ਵਿੱਚ ਸਾਡੀ ਲੀਨਤਾ ਹੋ ਸਕੇ, ਸਾਡੀ ਸਮਾਈ ਹੋ ਸਕੇ। ਪ੍ਰਭੂ ਪਿਆਰੇ ਹਮੇਸ਼ਾ ਆਪਣੇ ਮਨ ਨੂੰ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਜੋੜੀ ਰੱਖਦੇ ਨੇ। ਉਹਨਾਂ ਦੇ ਹਿਰਦੇ ਵਿੱਚ ਜਦੋਂ ਪਰਮੇਸ਼ਰ ਦੇ ਨਾਮ ਰੂਪੀ ਚਰਨ ਟਿਕਦੇ ਨੇ, ਚਿੱਤ ਚਰਨ ਨਾਮ। ਅੱਗੇ ਵੀ ਕਈ ਵਾਰ ਦਾਸ ਨੇ ਵਿਚਾਰ ਆਪ ਨਾਲ ਸਾਂਝੀ ਕੀਤੀ ਹੈ ਕਿ ਭਾਵੇਂ ਪਰਮੇਸ਼ਰ ਦੇ ਚਰਨ ਹੋਣ ਚਾਹੇ ਸਤਿਗੁਰੂ ਦੇ ਚਰਨ ਹੋਣ, ਉਹ ਗੁਰੂ ਕਾ ਸ਼ਬਦ ਪਰਮੇਸ਼ਰ ਦਾ ਨਾਮ ਹੀ ਹਨ। ਕਿਉਂਕਿ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਜਿੱਥੇ ਗੁਰੂ ਦੇ ਚਰਨਾਂ ਬਾਰੇ ਆਖਿਆ ਕਿ ਗੁਰੂ ਦੇ ਚਰਨਾਂ ਤੋਂ ਬਲਹਾਰੇ ਜਾਈਏ ਤੇ ਗੁਰੂ ਦੇ ਚਰਨ ਸਾਨੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ ਨੇ, ਉੱਥੇ ਪਰਮੇਸ਼ਰ ਦੇ ਨਾਮ ਰੂਪੀ ਚਰਨ ਜਿਹੜੇ ਨੇ ਉਹ ਵੀ ਜਦੋਂ ਹਿਰਦੇ ਦੇ ਵਿੱਚ ਵਸ ਜਾਣ, ਹਰ ਹਰ ਚਰਨ ਹਿਰਦੈ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਰੂਪੀ ਬੰਦਗੀ ਰੂਪੀ ਚਰਨ ਮਨ ਵਿੱਚ ਵਸ ਗਏ ਤੇ ਫਿਰ ਮਾਲਕ ਨੂੰ ਸਿਮਰ ਸਿਮਰ ਕੇ, ਉਸ ਨਾਮ ਰੂਪੀ ਚਰਨਾਂ ਨੂੰ ਸਿਮਰ ਸਿਮਰ ਕੇ ਜੀਵਨ ਮਨੋਰਥ ਦੇ ਜਿਹੜੇ ਸਾਰੇ ਕਾਰਜ ਨੇ ਉਹ ਸਫਲ ਹੋ ਗਏ। ਕੋਈ ਵੀ ਕਾਰਜ ਐਸਾ ਨਹੀਂ ਜਿਹੜਾ ਅਧੂਰਾ ਰਿਹਾ ਹੋਵੇ। ਤੇ ਪ੍ਰਭੂ ਦੇ ਚਰਨ ਕਮਲਾਂ ਨਾਲ ਜਦੋਂ ਮਨ ਜੁੜ ਜਾਂਦਾ, ਵਿੰਨਿਆ ਜਾਂਦਾ, ਜਿਵੇਂ ਭਗਤ ਨਾਮਦੇਵ ਜੀ ਨੇ ਸਾਨੂੰ ਨਾਮ ਜਪਣ ਦੀ ਜਦੋਂ ਪ੍ਰੇਰਨਾ ਕੀਤੀ, ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਟਾ ਕਲਾ ਚਿੱਤ ਮਾਂਡੀ ਅਲੇ। ਉਹਨਾਂ ਨੇ ਉਦਾਹਰਨ ਦਿੱਤੀ ਹੈ ਕਿ ਇਵੇਂ ਸਾਡਾ ਮਨ ਪਰਮੇਸ਼ਰ ਦੇ ਨਾਮ ਵਿੱਚ ਜੁੜ ਜਾਂਦਾ ਹੈ ਜਿਵੇਂ ਇੱਕ ਸੁਨਿਆਰਾ ਕੁਠਾਲੀ ਵਿੱਚ ਪਾ ਕੇ ਸੋਨੇ ਨੂੰ ਗਰਮ ਕਰਦਾ ਤਾਂ ਕਿ ਉਹ ਸ਼ੁੱਧ ਹੋ ਜਾਵੇ। ਉਹ ਆਏ ਗਏ ਗਾਹਕਾਂ ਨਾਲ ਗੱਲਬਾਤ ਵੀ ਕਰਦਾ, ਆਪਣਾ ਕੰਮ ਕਾਜ ਵੀ ਕਰਦਾ, ਆਏ ਗਾਹਕਾਂ ਨੂੰ ਭੁਗਤਾਉਂਦਾ ਵੀ ਹੈ, ਪਰ ਉਹਦਾ ਅਸਲ ਧਿਆਨ ਕੁਠਾਲੀ ਵਿੱਚ ਪਏ ਹੋਏ ਸੋਨੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹੱਥਾਂ ਪੈਰਾਂ ਨਾਲ ਕੰਮ ਕਾਜ ਕਰਦਿਆਂ ਜਦੋਂ ਸਾਡਾ ਮਨ ਪਰਮੇਸ਼ਰ ਦੇ ਚਰਨਾਂ ਭਾਵ ਨਾਮ ਸਿਮਰਨ ਦੇ ਵਿੱਚ ਜੁੜ ਜਾਵੇ
ਵਿੰਨਿਆ ਜਾਵੇ, ਭਾਵ ਇੱਕ ਮਿਕ ਹੋ ਜਾਵੇ, ਜਿੱਥੇ ਜਾ ਕੇ ਫਿਰ ਵੱਖ ਨਾ ਕੀਤਾ ਜਾ ਸਕੇ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਪੂਰਨ ਤੌਰ ਤੇ ਪਰਮੇਸ਼ਰ ਦੀ ਵਡਿਆਈ ਨਾਲ ਸਾਡਾ ਮਨ ਸੀਤਾ ਜਾਵੇ, ਵਿੰਨਿਆ ਜਾਵੇ, ਜੁੜ ਜਾਵੇ। ਤਰੀਕਾ ਵੀ ਦੱਸਿਆ, ਸੋਇਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਸਭ ਕਹਿੰਦੇ ਪ੍ਰਭੂ ਪਿਆਰੇ ਜਿਹੜੇ ਨੇ, ਚਰਨ ਕਮਲ ਨਾਨਕ ਮਨ ਵਿਧਿਓ, ਪ੍ਰਭੂ ਦੇ ਚਰਨ ਕਮਲਾਂ ਨਾਲ ਹੀ ਨਾਨਕ ਉਹਨਾਂ ਦਾ ਮਨ ਵਿੰਨਿਆ ਜਾਂਦਾ, ਪਰੋਇਆ ਜਾਂਦਾ, ਪੂਰਨ ਤੌਰ ਤੇ ਜੁੜ ਜਾਂਦਾ। ਤੇ ਜਿਨ੍ਹਾਂ ਦਾ ਮਨ ਪੂਰਨ ਤੌਰ ਤੇ ਜੁੜ ਜਾਂਦਾ ਗੁਰੂ ਦੇ ਚਰਨਾਂ ਨਾਲ, ਪਰਮੇਸ਼ਰ ਦੇ ਚਰਨਾਂ ਨਾਲ, ਸਭ ਕਹਿੰਦੇ ਉਹਨਾਂ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ। ਕਿਉਂਕਿ ਕਹੋ ਨਾਨਕ ਤਾਂਕੇ ਪੂਰ ਕਰਮਾ, ਜਾਕਾ ਗੁਰ ਚਰਨੀ ਮਨ ਲਾਗਾ। ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਮਨ ਜੁੜ ਗਿਆ, ਉਹਨਾਂ ਦੇ ਸਾਰੇ ਕੰਮ ਪੂਰੇ ਹੋ ਗਏ, ਜੀਵਨ ਮਨੋਰਥ ਜਿਹੜਾ ਹੈ ਉਹ ਸਫਲ ਹੋ ਗਿਆ। ਸਭ ਕਹਿੰਦੇ ਜਦੋਂ ਪ੍ਰਭੂ ਦੇ ਚਰਨ ਕਮਲਾਂ ਨਾਲ ਪ੍ਰਭੂ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹ ਆਪਣਾ ਮਨ ਜੋੜਦੇ ਨੇ, ਚਰਨੈ ਸੰਗ ਸਮਾਹੇ, ਤੇ ਫਿਰ ਚਰਨਾਂ ਦੇ ਨਾਲ ਹੀ ਉਹ ਜੁੜ ਕੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਫਿਰ ਉਹਨਾਂ ਵਿੱਚ ਤੇ ਪ੍ਰਭੂ ਵਿੱਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਜਿਹੜਾ ਹੈ ਉਹ ਦਿਖਾਈ ਨਹੀਂ ਦਿੰਦਾ। ਨਾਮ ਜਪਣ ਵਾਲਾ ਮਨ ਉਹ ਨਾਮੀ ਦੇ ਵਿੱਚ ਹੀ ਲੀਨ ਹੋ ਜਾਂਦਾ, ਗੁਣ ਗਾਉਣ ਵਾਲਾ ਉਸ ਗੁਣੀ ਦੇ ਵਿੱਚ ਲੀਨ ਹੋ ਜਾਂਦਾ। ਗੁਣ ਕੈ ਗੁਣੀ ਸਮਾਵਣਿਆ। ਤੇ ਸਭ ਕਹਿੰਦੇ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਮਾਲਕ ਤਰੁੱਠ ਕੇ ਆਪ ਕਿਰਪਾ ਕਰਦਾ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾਕੋ ਕਿਰਪਾ ਧਾਰੀ ਸੋ ਸੁਖੀਆ। ਧਨ ਉਸ ਜਨਮਾ ਨਾਨਕ ਤਿਸ ਬਲਹਾਰੀ। ਐਸੇ ਜੀਵ ਸੁਖੀ ਵੀ ਨੇ ਤੇ ਉਹਨਾਂ ਦਾ ਜੀਵਨ ਧਨਤਾ ਯੋਗ ਵੀ ਹੈ, ਭਾਵ ਸਫਲ ਵੀ ਹੈ, ਜਿਹੜੇ ਸਦਾ ਮਾਲਕ ਦੇ ਗੁਣ ਗਾਉਂਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਤੋਂ ਬਲਹਾਰ ਜਾਂਦੇ ਨੇ। ਇਸੇ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਜਿਹੜੀ ਹੈ ਉਹ ਸਤਿਗੁਰੂ ਜੀ ਲੋਚਦੇ ਨੇ ਮਨ ਵਿੱਚ ਕਿ ਉਹ ਸਮਾਂ, ਉਹ ਅਵਸਰ ਸਦਾ ਉਡੀਕਦੇ ਰਹਿਣਾ ਚਾਹੀਦਾ, ਜਦੋਂ ਸਾਡਾ ਮਨ ਜਿਹੜਾ ਹੈ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਵੇ। ਤੇ ਸੱਚਮੁੱਚ ਉਹ ਐਸੇ ਸੱਜਣ ਨੇ ਜਿਹੜੇ ਸਾਨੂੰ ਪ੍ਰਭੂ ਰੂਪੀ ਸੱਜਣ ਤੱਕ ਪਹੁੰਚਾ ਦਿੰਦੇ ਨੇ। ਜਿਸ ਸੱਜਣ ਬਾਰੇ ਆਖਿਆ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਜਾਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਉ ਕਾਂਕੀ ਕਮੀਆਂ। ਜਿਹਦਾ ਇੱਕ ਪਰਮੇਸ਼ਰ ਸੱਜਣ ਬਣ ਜਾਵੇ ਉਹਨੂੰ ਜੀਵਨ ਵਿੱਚ ਫਿਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ, ਕਿਉਂਕਿ ਜਿਹਦਾ ਮਾਲਕ ਸੱਜਣ ਹੈ ਉਹਦੇ ਸਾਰੇ ਸੱਜਣ ਨੇ। ਤੇ ਜਿਨਨੇ ਮਾਲਕ ਨੂੰ ਸੱਜਣ ਨਹੀਂ ਬਣਾਇਆ, ਇੱਕ ਦਿਨ ਐਸਾ ਆਉਂਦਾ ਹੈ ਕਿ ਦੁਨੀਆ ਦੇ ਸੱਜਣ ਉਹਨੂੰ ਵੈਰੀ ਦਿਸਣ ਲੱਗ ਪੈਂਦੇ ਨੇ, ਕਿਉਂਕਿ ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਗਰੀਬ ਨਵਾਜ ਨੇ ਤਾਂ 12 ਮਾਹ ਦੀ ਬਾਣੀ ਵਿੱਚ ਵੀ ਸਪਸ਼ਟ ਕੀਤਾ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਜਦੋਂ ਅਸੀਂ ਸੱਜਣਾ ਮਿੱਤਰਾਂ ਨਾਲ ਜੁੜ ਕੇ ਪਰਮੇਸ਼ਰ ਨੂੰ ਵਿਸਾਰ ਦਿੰਨੇ ਆ ਤੇ ਆਖਰ ਨੂੰ ਉਹ ਸੱਜਣ ਮਿੱਤਰ ਸਾਨੂੰ ਜਮ ਦਿਸਣ ਲੱਗ ਪੈਂਦੇ ਨੇ। ਪਰ ਜਿਹੜੇ ਪ੍ਰਭੂ ਪਿਆਰ ਵਾਲੇ ਸੱਜਣ ਹੋਣ, ਜਿਨ੍ਹਾਂ ਬਾਰੇ ਕਿਹਾ ਕਿ ਜਾਕੈ ਦਰਸ ਪਾਪ ਕੋਟ ਉਤਾਰੈ, ਭੇਟਤ ਸੰਗ ਇਹ ਭਵਜਲ ਤਾਰੈ। ਓਏ ਸਾਜਨ ਓਏ ਮੀਤ ਪਿਆਰੈ, ਜੋ ਹਮ ਕੋ ਹਰ ਨਾਮ ਚਿਤਾਰੈ। ਜਿਹੜੇ ਸਾਨੂੰ ਪਰਮੇਸ਼ਰ ਦਾ ਨਾਮ ਜਪਾਉਂਦੇ ਨੇ, ਗੁਰੂ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਨੇ, ਐਸੇ ਸੱਜਣਾਂ ਦੀ ਸੰਗਤ ਵਿੱਚ ਮਿਲ ਬੈਠ ਕੇ ਭਵ ਸਾਗਰ ਤੋਂ ਪਾਰ ਹੋ ਜਾਈਦਾ। ਉਹਨਾਂ ਦੇ ਨਾਲ ਮਿਲ ਕੇ ਜਦੋਂ ਪ੍ਰਮਾਤਮਾ ਦੇ ਗੁਣ ਗਾਈਏ ਤੇ ਇੱਕ ਦਿਨ ਪ੍ਰਮਾਤਮਾ ਰੂਪੀ ਸੱਜਣ ਦੇ ਵਿੱਚ ਸਮਾ ਜਾਈਦਾ। ਇਸ ਕਰਕੇ ਸਦਾ ਹੀ ਮਨ ਵਿੱਚ ਇਹ ਚਿਤਵਣੀ ਰਹਿਣੀ ਚਾਹੀਦੀ ਹੈ ਕਿ ਪ੍ਰਭੂ ਗੁਰਮੁਖ ਪਿਆਰਿਆਂ ਦਾ ਮੇਲ ਸਾਨੂੰ ਮਿਲਾ, ਅਸੀਂ ਸਦਾ ਤੁਹਾਡੀ ਸੰਗਤ ਦੇ ਨਾਲ ਜੁੜੇ ਰਹੀਏ। ਇਹੀ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਕਿ ਰੂਹਾਨੀਅਤ ਜਿਹੜੀ ਹੈ ਇਹਦਾ ਪ੍ਰਮੁੱਖ ਸੋਮਾ ਕਿਹੜਾ ਹੈ, ਤੇ ਮੈਂ ਸਮਾਪਤੀ ਵਾਲੇ ਪਾਸੇ ਆਵਾਂ। ਅੱਜ ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਮਨਾਉਣ ਜਾ ਰਹੇ ਹਾਂ ਤੇ ਇਹ ਨੁਕਤਾ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਬਾਣੀ ਤੇ ਗੁਰੂ ਕੀ ਸੰਗਤ
ਇਹਦੇ ਤੇ ਸਤਿਗੁਰਾਂ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਹੈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਜਿੱਥੇ ਸਾਨੂੰ ਬਾਰ-ਬਾਰ ਪ੍ਰੇਰਨਾ ਕੀਤੀ ਕਿ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਉੱਥੇ ਅੱਜ ਦੇ ਪਾਵਨ ਸ਼ਬਦ ਵਿੱਚ ਕਿ ਚਿਤਵੋਂ ਵਾ ਅਵਸਰ ਮਨ ਮਾਹੇ, ਸਾਨੂੰ ਗੁਰੂ ਕੀ ਸੰਗਤ ਵਿੱਚ ਆਉਣ ਦਾ ਅਵਸਰ ਜਿਹੜਾ ਹੈ ਉਹਨੂੰ ਉਡੀਕਣਾ ਚਾਹੀਦਾ, ਉਹ ਪ੍ਰਾਪਤ ਕਰਨਾ ਚਾਹੀਦਾ, ਉਹਦੇ ਲਈ ਸਦਾ ਉਤਾਵਲੇ ਰਹਿਣਾ ਚਾਹੀਦਾ, ਤਾਂ ਕਿ ਗੁਰੂ ਕੀ ਸੰਗਤ ਵਿੱਚ, ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਜਦੋਂ ਮਾਲਕ ਦੇ ਗੁਣ ਗਾਵਾਂਗੇ ਤੇ ਫਿਰ ਮਾਲਕ ਦਾ ਹੀ ਰੂਪ ਹੋ ਜਾਵਾਂਗੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪ ਕਿਰਪਾ ਕਰਕੇ ਸਾਹਿਬ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਦੋ ਦਿਨ ਦੀ ਹਾਜ਼ਰੀ ਸੀ, ਉਹ ਕਥਾ ਰਾਹੀਂ ਆਪ ਸੇਵਾ ਮਾਲਕ ਨੇ ਕਰਵਾਈ ਹੈ। ਇਸੇ ਤਰ੍ਹਾਂ ਆਪ ਸਾਰੀਆਂ ਸੰਗਤਾਂ ਦਾ ਦਾਸ ਤਹਿ ਦਿਲ ਤੋਂ ਧੰਨਵਾਦੀ ਹੈ। ਧੰਨਵਾਦ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸ ਸਥਾਨ ਦੇ ਮੁੱਖ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਅਤੇ ਹੋਰ ਸਾਰੇ ਇਹਨਾਂ ਦੇ ਸਹਿਯੋਗੀ, ਜਿਨ੍ਹਾਂ ਨੇ ਸਮਾਂ ਦੇ ਕੇ ਦਾਸ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਫਿਰ ਇੱਕ ਵਾਰ ਦਾਸ ਆਪਣੀਆਂ ਭੁੱਲਾਂ ਤੋਂ ਖਿਮਾ ਦੀ ਜਾਚਨਾ ਕਰਦਾ ਹੋਇਆ ਗੁਰੂ ਫਤਿਹ ਅਰਜ ਕਰਦਾ, ਸਾਰੇ ਗੁਰੂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।